ਲਈ ਬੈਲ ਆਈਕਨ ਜ਼ਰੂਰ ਦਬਾਓ। नमस्कार, आदाब, सत श्री अकाल। हमदर्द टीवी देखने वाले सारे दर्शकों का स्वागत है प्रोग्राम इमीग्रेशन मैटर्स विच। मैं हाँ तरनजीत कौर घुम्मण हाज़र हाँ जी लैके आज का लाइव प्रोग्राम। ਅੱਜ ਟਿਊਜ਼ਡੇ ਨੂੰ ਅਸੀਂ ਲਾਈਵ ਪ੍ਰੋਗਰਾਮ ਕਰਦੇ ਹਾਂ ਇਮੀਗ੍ਰੇਸ਼ਨ ਮੈਟਰਸ 3 ਵਜੇ ਤੋਂ ਲੈ ਕੇ 4 ਵਜੇ ਤੱਕ ਟੋਰਾਂਟੋ ਸਮੇਂ ਦੇ ਮੁਤਾਬਿਕ। ਸੋ ਜੇਕਰ ਤੁਹਾਡਾ ਕੋਈ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਸਵਾਲ ਹੈ ਤੁਹਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਪੁੱਛ ਸਕਦੇ ਹੋ। ਅੱਜ ਅਸੀਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਕਈ ਅਜਿਹੇ ਮੁੱਦੇ ਜਿਨ੍ਹਾਂ ਉੱਤੇ ਤੁਹਾਡੇ ਕਾਫੀ ਸਾਨੂੰ ਸਵਾਲ ਆ ਰਹੇ ਸੀ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਹੁਣ ਤੱਕ ਜੋ ਨਵੀਆਂ ਚੇਂਜਸ ਆਈਆਂ ਨੇ ਉਹਦੇ ਬਾਰੇ ਅਪਡੇਸ਼ਨ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ। ਸਵਾਗਤ ਹੈ ਸਰ। ਬਹੁਤ ਸ਼ੁਕਰੀਆ ਤਰਨਾ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਸਰ? ਬਹੁਤ ਵਧੀਆ ਜੀ ਸਰ। ਕੈਨੇਡੀਅਨ ਇਮੀਗ੍ਰੇਸ਼ਨ ਦੀ ਗੱਲ ਕਰੀਏ ਤਾਂ ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਕੋਵਿਡ ਦਾ ਇੱਕ ਹੋਰ ਸਟ੍ਰੇਨ ਸਾਹਮਣੇ ਆ ਰਿਹਾ, ਜਿਹੇ ਵਿੱਚ ਬ੍ਰਿਟੇਨ ਤੋਂ ਲੈ ਕੇ ਹੁਣ ਤੱਕ ਫਲਾਈਟਸ ਕਾਫੀ ਕੈਂਸਲ ਹੋ ਰਹੀਆਂ ਨੇ। ਕੈਨੇਡਾ ਦੀ ਗੱਲ ਕਰੀਏ, ਕੈਨੇਡਾ ਵਿੱਚ ਮੇਜਰ ਕੋਈ ਚੇਂਜਸ ਇਸ ਵਕਤ ਦੇਖਣ ਨੂੰ ਮਿਲ ਰਹੇ ਨੇ? ਇੱਕੋ ਬਹੁਤ ਵੱਡਾ ਮੇਜਰ ਚੇਂਜ ਹੈ ਜਿਹੜਾ ਉਹ ਮਿਲਿਆ ਜੀ ਦੇਖਣ ਨੂੰ ਕਿ ਜਿਹੜੇ ਟ੍ਰਿਨੀਡੈਡ ਟੋਬੈਗੋ ਤੋਂ ਫਾਰਮ ਵਰਕਰਸ ਆਏ ਸੀ ਉਹ ਸੀਜ਼ਨਲ ਵਰਕਰ ਹੁੰਦੇ ਆ ਜੀ। ਤੇ ਟ੍ਰਿਨੀਡੈਡ ਟੋਬੈਗੋ ਨੇ ਜਿਹੜੀਆਂ ਟਰੈਵਲ ਰਿਸਟ੍ਰਿਕਸ਼ਨਸ ਲਾਈਆਂ ਹੋਈਆਂ ਨੇ ਕਿ ਲੋਕ ਟਰੈਵਲ ਨਹੀਂ ਕਰ ਸਕਦੇ ਉਹ ਆਈਲੈਂਡ ਦੇ ਉੱਤੇ, ਤੇ ਉਹਨਾਂ ਦੇ ਕਿਉਂਕਿ ਉਹ ਸੀਜ਼ਨਲ ਵਰਕਰ ਹੁੰਦੇ ਨੇ, ਉਹਨਾਂ ਦਾ ਸੀਜ਼ਨ ਹੈ ਜਿਹੜਾ ਦਸੰਬਰ 'ਚ ਖਤਮ ਹੋ ਜਾਂਦਾ, ਉਹਨਾਂ ਦੀ ਵਰਕ ਪਰਮਿਟ ਨੇ ਜਿਹੜੇ ਐਕਸਪਾਇਰ ਹੋ ਜਾਂਦੇ ਆ। ਤੋ ਸਰਕਾਰ ਨੇ ਪਬਲਿਕ ਪਾਲਿਸੀ ਕੀਤੀ ਹੈ 400 ਦੇ ਕਰੀਬ ਵਰਕਰਸ ਨੇ ਜਿਨ੍ਹਾਂ ਨੂੰ ਓਪਨ ਪਰਮਿਟ ਦੇਣ ਬਾਰੇ ਉਹਨਾਂ ਨੇ ਵਿਚਾਰ ਕੀਤਾ। ਤੇ ਉਹਨਾਂ ਨੇ $155 ਫੀਸ ਦੇਣੀ ਹੈਗੀ ਆ ਤੇ ਉਹ ਤੋਂ ਬਾਅਦ ਉਹ ਉਹਨਾਂ ਨੂੰ ਓਪਨ ਵਰਕ ਪਰਮਿਟ ਮਿਲ ਜੂਗਾ। ਕਿਉਂਕਿ ਜਿਹੜਾ ਤੁਹਾਡਾ ਕਲੋਜ਼ ਵਰਕ ਪਰਮਿਟ ਹੈ ਜਦੋਂ ਖਤਮ ਹੋ ਜਾਂਦਾ ਤੁਹਾਨੂੰ EI ਵੀ ਨਹੀਂ ਮਿਲਦਾ ਹੈਗਾ ਜੀ। ਤੇ ਜੇ ਓਪਨ ਹੋਊਗਾ ਤਾਂ ਤੁਸੀਂ ਐਟਲੀਸਟ EI ਲਈ ਐਲੀਜੀਬਲ ਹੋ ਜਾਂਦੇ ਹੋ ਤੇ ਬਾਕੀ ਹੈਲਥ ਲਈ ਐਲੀਜੀਬਲ ਹੋ ਜਾਂਦੇ ਹੋ। ਤੋ ਇਹ ਉਹਨਾਂ ਲੋਕਾਂ ਲਈ ਕੀਤਾ ਗਿਆ ਹੈ। ਤੇ ਦੂਜਾ ਜੇ ਕੋਈ ਹੋਰ ਇੰਡੀਵਿਜੂਅਲ ਹੈਗਾ ਜਿਹੜਾ ਇਸ ਸਰਕਮਸਟੈਂਸਸ ਦੇ ਵਿੱਚ ਹੈ ਉਹ ਵੀ ਇਹ ਪਬਲਿਕ ਪਾਲਿਸੀ ਦੇ ਤਹਿਤ ਕੰਪੈਸ਼ਨ ਦੇ ਉੱਤੇ ਆਪਦੀ ਅਰਜ਼ੀ ਕਰ ਸਕਦਾ ਹੈ, ਜਿੱਥੇ ਤੁਸੀਂ ਆਪਦੇ ਮੁਲਕ ਵਾਪਸ ਨਹੀਂ ਮੁੜ ਕੇ ਜਾ ਸਕਦੇ ਪਰ ਤੁਹਾਡਾ ਜਿਹੜਾ ਵਰਕ ਪਰਮਿਟ ਹੈ ਉਹ ਐਕਸਪਾਇਰ ਹੋ ਰਿਹਾ ਹੈਗਾ। ਤੁਸੀਂ ਵੀ ਇਸੇ ਚੀਜ਼ ਦਾ ਪਲੀ ਲੈ ਕੇ ਆਪਣੇ ਕੇਸ ਨੂੰ ਜਿਹੜਾ ਲਾ ਸਕਦੇ ਆ ਜੀ। ਬਿਲਕੁਲ ਸਰ। ਸਿਰਫ ਜਿਹੜੇ ਦੋ ਆਈਲੈਂਡ ਤੁਸੀਂ ਦੱਸਿਆ ਉਹੀ ਕਰ ਸਕਦੇ ਆ ਜਾਂ ਫਿਰ ਦੂਸਰੇ ਫਾਰਮ ਵਰਕਰਸ ਵੀ ਕਰ ਸਕਦੇ ਨੇ? ਇਹ ਜਿਹੜਾ ਪਬਲਿਕ ਪਾਲਿਸੀ ਹੈ ਇਹ ਸਿਰਫ ਟ੍ਰਿਨੀਡੈਡ ਐਂਡ ਟੋਬੈਗੋ ਦੇ ਜਿਹੜੇ ਵਰਕਰਸ ਨੇ ਇਹ ਉਹਨਾਂ ਲਈ ਕੀਤਾ ਗਿਆ ਜੀ। ਪਰ ਕਿਉਂਕਿ ਇਹ ਪਬਲਿਕ ਪਾਲਿਸੀ ਇਹਨੂੰ ਹੋਰ ਵੀ ਐਕਸਪੈਂਡ ਕੀਤਾ ਜਾ ਸਕਦਾ ਜੇ ਕੋਈ ਸਿਮਿਲਰ ਸਿਚੁਏਸ਼ਨ ਦੇ ਵਿੱਚ ਹੈ ਜਿੱਥੇ ਦਾ ਪਰਮਿਟ ਐਕਸਪਾਇਰ ਹੋ ਰਿਹਾ ਪਰ ਉਹ ਟਰੈਵਲ ਨਹੀਂ ਕਰ ਸਕਦਾ, ਹਾਂਜੀ ਉਹਨਾਂ ਕੇਸਿਸ ਦੇ ਵਿੱਚੋਂ ਇਹ ਪੋਸਿਬਿਲਿਟੀ ਹੋ ਸਕਦੀ ਹੈ ਜੀ। ਸਰ ਹੁਣ ਟਰੈਵਲ ਰਿਸਟ੍ਰਿਕਸ਼ਨਸ ਅਸੀਂ ਦੇਖ ਰਹੇ ਹਾਂ ਇੱਕ ਵਾਰੀ ਫਿਰ ਤੋਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ, ਲਗਭਗ ਸਾਲ ਹੋ ਚੁੱਕਿਆ। UK ਦੇ ਵਿੱਚ ਵੀ ਕਈ ਅਜਿਹੇ ਕੈਨੇਡੀਅਨਸ ਹੋਣੇ ਜਿਹੜੇ ਹੁਣ ਇਸ ਵਕਤ ਫਿਰ ਉੱਥੇ ਸਟਕ ਹੋ ਗਏ ਹੋਣੇ ਆ। ਕਈ ਅਜਿਹੇ ਨੇ ਜਿਹੜੇ ਇਸ ਵਕਤ ਕੈਨੇਡਾ ਵਾਪਸ ਨਹੀਂ ਆ ਸਕੇ ਪਰ ਉਹਨਾਂ ਦਾ PR ਕਾਰਡ ਐਕਸਪਾਇਰ ਹੋਣ ਵਾਲਾ। ਇਹਦੇ ਬਾਰੇ ਗੱਲ ਕਰਾਂਗੇ। ਪਹਿਲਾਂ ਇੱਕ ਦਰਸ਼ਕ ਜੁੜ ਗਏ ਨੇ। ਹੈਲੋ ਤਰਨ ਬੇਟੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਖਹਿਰਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ। ਬੇਟੇ ਮੈਂ ਵਿਨੀਪੈਗ ਤੋਂ ਬੋਲ ਰਿਹਾ ਦਰਸ਼ਨ ਸਿੰਘ। ਮੇਰੇ ਦੋ ਕੁਐਸਚਨ ਨੇ, ਇੱਕ ਤਾਂ ਨੈਣੀ ਬਾਰੇ ਪੁੱਛਣਾ ਹੀ ਮੈਂ ਜੀ। ਤੇ ਮੇਰੀ ਬੇਟੀ ਹੈਗੀ ਆ, ਉਹਨਾਂ ਨੇ ਨਾ BA ਕੀਤੀ ਵੀ ਆ ਤੇ 5 ਬੈਂਡ ਨੇ ਜੀ। ਤੇ ਇੱਕ ਉਹਨਾਂ ਨੇ ਆਪਣਾ ਪ੍ਰਾਈਵੇਟ ਸਕੂਲ ਖੋਲਿਆ ਵਾ ਆਪਣਾ, ਵੀ ਕੀ ਉਹ ਬਜ਼ੁਰਗਾਂ ਵਾਸਤੇ ਐਲੀਜੀਬਲ ਨੇ? ਦੂਜਾ ਕੁਐਸਚਨ ਮੇਰਾ ਹੈਗਾ ਜਿਹੜੇ ਸਿਟੀਜ਼ਨ ਵਾਸਤੇ ਨਾ ਜੀ ਅਸੀਂ ਫਿੰਗਰਪ੍ਰਿੰਟ ਦਿੱਤੇ ਵੇ 2 ਮਹੀਨੇ ਹੋ ਗਏ, ਵੀ ਇਹਦੇ ਬਾਰੇ ਕਿੰਨਾ ਕੁ ਟਾਈਮ ਲੱਗਦਾ ਜੀ? ਜੀ ਜ਼ਰੂਰ ਜੀ। ਤੁਸੀਂ TV ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ ਜੀ। ਉਹ ਜੀ ਸਰ ਕਿਉਂਕਿ ਉਹਨਾਂ ਨੇ ਪਲੇਵੇ ਸਕੂਲ ਖੋਲ੍ਹਿਆ ਇਸ ਲਈ ਉਹ ਬੱਚਿਆਂ ਦੀ ਕੇਅਰ ਗਿਵਿੰਗ ਦਾ ਤਾਂ ਉਹਨਾਂ ਕੋਲ ਐਕਸਪੀਰੀਅੰਸ ਹੈਗਾ ਪਰ ਬਜ਼ੁਰਗਾਂ ਦੀ ਕੇਅਰ ਗਿਵਿੰਗ ਦਾ ਐਕਸਪੀਰੀਅੰਸ ਉਹਨਾਂ ਕੋਲ ਨਹੀਂ ਹੈਗਾ। ਸੋ ਉਹਨਾਂ ਨੂੰ 6 ਮਹੀਨੇ ਦਾ ਜਿਹੜਾ ਕੇਅਰ ਗਿਵਰ ਦਾ ਪ੍ਰੋਗਰਾਮ ਹੈ ਉਹ ਕਰਨਾ ਪੈਣਾ ਜੀ। ਜੇ ਉਹ ਬੱਚਿਆਂ ਲਈ ਆਉਣਾ ਚਾਹੁੰਦੇ ਆ ਤੇ ਉਹਨਾਂ ਦਾ ਪਲੇਵੇ ਸਕੂਲ ਹੈਗਾ ਤੇ 1 ਸਾਲ ਤੋਂ ਵੱਧ ਦਾ ਐਕਸਪੀਰੀਅੰਸ ਹੈ, ਫਿਰ ਉਹਨਾਂ ਨੂੰ ਕਿਸੇ ਹੋਰ ਕੋਰਸ ਦੀ ਜ਼ਰੂਰਤ ਨਹੀਂ ਪਊਗੀ। ਪਰ ਜੇ ਉਹ ਪਲੇਵੇ ਸਕੂਲ 'ਚ ਐਕਸਪੀਰੀਅੰਸ ਹੈ ਤੇ ਉਹ ਬਜ਼ੁਰਗਾਂ ਦੀ ਸੇਵਾ ਲਈ ਆ ਰਹੇ ਨੇ, 2 ਡਿਫਰੈਂਟ ਜਿਹੜੇ ਏਰੀਆਜ਼ ਹੈਗੇ ਨੇ ਜੀ, ਉਹਨਾਂ ਨੂੰ ਕੋਰਸ ਦੀ ਜ਼ਰੂਰਤ ਉੱਥੇ ਪੈਣੀ ਆ। ਤੇ ਦੂਜੀ ਜਿਹੜਾ ਸਵਾਲ ਤੁਸੀਂ ਤੁਹਾਡਾ ਸਿਟੀਜ਼ਨਸ਼ਿਪ ਦੇ ਉੱਤੇ, ਹਾਂਜੀ ਇਹ ਵੀ ਇੱਕ ਬਹੁਤ ਵੱਡਾ ਏਰੀਆ ਹੈਗਾ ਜਿੱਥੇ ਸਰਕਾਰ ਹਾਲੇ ਕੰਮ ਨਹੀਂ ਕਰ ਰਹੀ। ਇਹ ਵੀ COVID-19 ਕਰਕੇ ਉਹਨਾਂ ਨੇ ਕਾਫੀ ਤਰ੍ਹਾਂ ਦੇ ਜਿਹੜੇ ਪਾਇਲਟ ਪ੍ਰੋਜੈਕਟ ਚਲਾਏ ਹੋਏ ਨੇ ਜੀ। ਇੱਕ ਪਾਇਲਟ ਪ੍ਰੋਜੈਕਟ ਇਹ ਚਲਾਇਆ ਹੈਗਾ ਕਿ ਜਿਹੜੇ ਲੋਕਾਂ ਦਾ ਆਲਰੇਡੀ ਕ੍ਰਾਈਟੇਰੀਆ ਫੁੱਲਫਿਲ ਹੋ ਚੁੱਕਿਆ ਤੇ ਉਹਨਾਂ ਦਾ ਸਿਰਫ ਓਥ ਦਿਵਾਉਣਾ, ਉਹਨਾਂ ਨੂੰ ਹੁਣ ਵਰਚੁਅਲੀ ਓਥ ਦਵਾਇਆ ਜਾਂਦਾ, ਮਤਲਬ ਕਿ ਉਹਨੂੰ ਬੁਲਾਉਣ ਦੀ ਲੋੜ ਨਹੀਂ, ਉਹਨਾਂ ਨੂੰ ਕੰਪਿਊਟਰ ਦੇ ਉੱਤੇ ਹੀ ਓਥ ਹੈ ਜਿਹੜਾ ਉਹ ਦਵਾ ਦਿੱਤਾ ਜਾਂਦਾ। ਸੋ ਇਹ ਪਾਇਲਟ ਪ੍ਰੋਜੈਕਟ ਕਾਫੀ ਚੱਲ ਰਿਹਾ ਹੈਗਾ, ਕਾਫੀ ਲੋਕਾਂ ਨੂੰ ਆਇਆ।
ਤੇ ਦੂਜਾ ਜਿਨ੍ਹਾਂ ਲੋਕਾਂ ਦੇ ਹਾਲੇ ਫੈਸਲੇ ਨਹੀਂ ਹੋਏ ਹੈਗੇ ਉਹ ਹਾਲੇ ਸਟੈਂਡ ਸਟਿਲ ਹੈ ਜੀ। ਇਹ ਉਹਨਾਂ ਲੋਕਾਂ ਲਈ ਪਾਇਲਟ ਪ੍ਰੋਜੈਕਟ ਹੈ ਜਿਨ੍ਹਾਂ ਦੇ ਕੇਸ ਫਾਈਨਲਾਈਜ਼ ਹੋ ਚੁੱਕੇ ਨੇ ਤੇ ਉਹਨਾਂ ਨੂੰ ਓਥ ਲਈ ਬੁਲਾਇਆ ਗਿਆ। ਜਿਹੜੇ ਦੂਜੇ ਲੋਕ ਨੇ ਹਾਲੇ ਉਹਨਾਂ ਨੂੰ ਇੰਤਜ਼ਾਰ ਹੈ ਜਿਹੜਾ ਉਹ ਕਰਨਾ ਪੈਣਾ ਜੀ। ਜੀ ਬਿਲਕੁਲ। ਤੇ ਸਰ ਅਸੀਂ ਗੱਲ ਕਰ ਰਹੇ ਸੀ ਪੀਆਰ ਕਾਰਡ ਦੀ। ਪੀਆਰ ਕਾਰਡ ਲਗਭਗ 5 ਸਾਲ ਹੀ ਵੈਲਿਡ ਹੁੰਦਾ ਹੈ। ਜੇ ਪੀਆਰ ਕਾਰਡ ਐਕਸਪਾਇਰ ਹੋ ਜਾਏ ਕਿ ਇੱਕ ਪਰਸਨ ਦਾ ਸਟੇਟਸ ਵੀ ਨਾਲ ਐਕਸਪਾਇਰ ਹੋ ਜਾਂਦਾ ਆ? ਇਹ ਬਹੁਤ ਸਾਰੇ ਲੋਕ ਇਦਾਂ ਸੋਚਦੇ ਆ ਤਰਨ। ਜਿਹੜਾ ਪੀਆਰ ਕਾਰਡ ਹੈ ਜੀ ਇਹ ਐਕਚੁਅਲੀ 2003 ਤੋਂ ਹੀ ਸ਼ੁਰੂ ਹੋਇਆ। ਉਹ ਤੋਂ ਪਹਿਲਾਂ ਕੋਈ ਪੀਆਰ ਕਾਰਡ ਨਹੀਂ ਹੁੰਦਾ ਸੀਗਾ, ਸਿਰਫ ਤੁਹਾਡਾ ਲੈਂਡਿੰਗ ਡਾਕੂਮੈਂਟ ਹੀ ਹੁੰਦਾ ਸੀਗਾ। ਸੋ ਜਿਹੜਾ ਪੀਆਰ ਕਾਰਡ ਹੈ ਟੈਕਨੀਕਲੀ ਇਹ ਟਰੈਵਲ ਡਾਕੂਮੈਂਟ ਹੈਗਾ। ਜਿਵੇਂ ਤੁਹਾਡਾ ਪਾਸਪੋਰਟ ਤੁਹਾਡਾ ਸਿਟੀਜ਼ਨਸ਼ਿਪ ਨਹੀਂ ਨਾ ਦੱਸਦਾ, ਉਹ ਸਿਰਫ ਟਰੈਵਲ ਕਰਨ ਦੇ ਕੰਮ ਆਉਂਦਾ। ਉਵੇਂ ਜਿਵੇਂ ਜਿਹੜਾ ਪੀਆਰ ਕਾਰਡ ਹੈ ਇਹ ਸਿਰਫ ਟਰੈਵਲ ਕਰਨ ਦੇ ਕਰਨ ਵਾਲਾ। ਟਰੈਵਲ ਵੀ ਜੇ ਤੁਸੀਂ ਕੈਨੇਡਾ ਨੂੰ ਵਾਪਸ ਆਉਣਾ ਹੈਗਾ ਤਾਂ ਜੀ। ਜੇ ਕੈਨੇਡਾ ਦੇ ਵਿੱਚ ਰਹਿਣਾ, ਜੇ ਤੁਹਾਡਾ ਕਾਰਡ ਐਕਸਪਾਇਰ ਹੋ ਗਿਆ ਉਹਦਾ ਕੋਈ ਮਹੱਤਤਾ ਨਹੀਂ ਹੈਗੀ ਹੈ ਜੀ। ਤੇ ਦੂਜੀ ਜਿਵੇਂ ਇੱਕ ਆਪਣਾ ਕਾਰਡ ਜਿਹੜਾ ਐਕਸਪਾਇਰ ਹੋ ਜਾਏ ਤਾਂ ਟਰੈਵਲ ਡਾਕੂਮੈਂਟ ਐਕਸਪਾਇਰ ਹੁੰਦਾ। ਕੰਪੈਰੀਜ਼ਨ ਕਰੀਏ ਜੇ ਆਪਣਾ ਪਾਸਪੋਰਟ ਐਕਸਪਾਇਰ ਹੋ ਗਿਆ ਤਾਂ ਆਪਣੀ ਸਿਟੀਜ਼ਨਸ਼ਿਪ ਨਹੀਂ ਨਾ ਚਲੀ ਜਾਂਦੀ, ਤਾਂ ਆਪਣਾ ਨਵਾਂ ਪਾਸਪੋਰਟ ਮਿਲ ਜਾਂਦਾ। ਉਵੇਂ ਜਿਵੇਂ ਜੇ ਪੀਆਰ ਕਾਰਡ ਐਕਸਪਾਇਰ ਹੋਵੇ, ਜੇ ਆਪਾਂ ਕੰਡੀਸ਼ਨਸ ਮੀਟ ਕਰਦੇ ਆਪਾਂ ਨੂੰ ਨਵਾਂ ਪੀਆਰ ਕਾਰਡ ਹੈ ਜਿਹੜਾ ਮਿਲ ਜੂਗਾ। ਪਰ ਉਹ ਤਾਂ ਜ਼ਰੂਰਤ ਹੈ ਜੇ ਤੁਸੀਂ ਟਰੈਵਲ ਕਰਨਾ। ਜੇ ਤੁਸੀਂ ਟਰੈਵਲ ਹੀ ਨਹੀਂ ਕਰਨਾ, ਤੁਹਾਡੇ ਕੋਲ ਕਾਰਡ ਨਾ ਹੋਵੇ ਤਾਂ ਵੀ ਕੋਈ ਮੁੱਦਾ ਨਹੀਂ ਹੈਗਾ। ਸਿਰਫ 2 ਕੰਡੀਸ਼ਨਸ ਇਹੀ ਚੀ ਹੈਗੀਆਂ ਨੇ। ਆਪਾਂ ਕਾਲ ਲੈ ਲਈਏ ਜੀ। ਬਿਲਕੁਲ, ਕਾਲਰ ਨਾਲ ਦੀ ਨਾਲ ਆਪਾਂ ਨੂੰ ਅੱਗੇ ਦੀ ਅੱਗੇ ਸਰ ਫਾਰਵਰਡ ਕਰੀ ਜਾਣਗੇ। ਦੱਸੋ ਜੀ। ਜੀ ਆਪਾਂ ਗੱਲ ਕਰ ਰਹੇ ਸੀ ਜੀ ਜ਼ਰੂਰ। ਤਾਂ ਜਿਹੜਾ 2 ਕੰਡੀਸ਼ਨ ਹੈਗੀਆਂ ਨੇ ਜਿੱਥੇ ਤੁਹਾਡਾ ਪੀਆਰ ਕਾਰਡ ਹੈ ਜਿਹੜਾ ਉਹ ਤੁਹਾਡਾ ਸਟੇਟਸ ਲੂਜ਼ ਹੋ ਸਕਦਾ। ਪਹਿਲੀ ਕੰਡੀਸ਼ਨ ਹੈਗੀ ਹੈ ਕਿ ਤੁਸੀਂ ਦੋਵੇਂ ਕੰਡੀਸ਼ਨਸ ਦੀ ਗੱਲ ਕਰਾਂਗੇ। ਕਾਲਰ ਜੁੜ ਗਏ ਨੇ ਪਹਿਲਾਂ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ? ਬਰੈਂਪਟਨ ਤੋਂ ਬੋਲ ਰਹੀ ਹਾਂ ਜੀ। ਮੈਂ ਪੁੱਛਣਾ ਸੀ ਕਿ ਮਤਲਬ ਅਸੀਂ ਨੈਨੀ ਤੇ ਆਪਣੇ ਕਜ਼ਨ ਨੂੰ ਸੱਦਣਾ। ਮੇਰੇ ਇੱਥੇ ਰਿਲੇਟਿਵਸ ਨੇ, ਮਤਲਬ ਉਹ ਕਾਫੀ ਏਜ ਨੇ ਤੇ ਉਹ ਮਤਲਬ ਆਪਣੀ ਪੋਤੀ ਨੂੰ ਸੱਦਣਾ ਚਾਹੁੰਦੇ। ਤੇ ਫਿਰ ਉਹਨੇ ਨੈਨੀ ਦਾ ਕੀਤਾ ਹੋਇਆ 3-4 ਸਾਲ ਦਾ ਐਕਸਪੀਰੀਅੰਸ ਹੈ, ਬਟ ਉਹਦਾ ਆਈਲੈਟਸ ਜਿਹੜਾ ਉਹ ਮਤਲਬ ਆਫਟਰ 2 ਮੰਥਸ ਐਕਸਪਾਇਰ ਹੋ ਰਿਹਾ। ਤੇ ਉਹ ਆ ਸਕਦੀ ਉਸੇ ਦੇ ਆਪਾਂ ਟੀਵੀ ਸਕਰੀਨ ਤੇ ਆਨਸਰ ਦੇ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਜੀ ਸਰ। ਜਦੋਂ ਵੀ ਤੁਸੀਂ ਕੇਸ ਅਪਲਾਈ ਕਰਨਾ ਹੈ ਉਹਦੀ ਵੈਲਿਡਿਟੀ ਤੋਂ ਪਹਿਲਾਂ ਬਿਲਕੁਲ ਅਪਲਾਈ ਕਰ ਸਕਦੇ ਹੋ। ਪਰ ਜੇ ਉਹ 2 ਸਾਲ ਹੀ ਵੈਲਿਡ ਹੁੰਦਾ ਜੀ ਤੁਹਾਡਾ ਰਿਜ਼ਲਟ, ਜੇ 2 ਸਾਲ ਤੋਂ ਘੱਟ ਸਮਾਂ ਤੁਸੀਂ ਬਿਲਕੁਲ ਅਪਲਾਈ ਕਰ ਸਕਦੇ ਹੋ। ਪਰ ਆਪਾਂ ਨੂੰ ਉਹਨਾਂ ਨੇ ਬਾਕੀ ਕੰਡੀਸ਼ਨਸ ਦੱਸਿਆ। ਉਹਨਾਂ ਨੇ ਦੱਸਿਆ ਕਿ ਉਹਦੇ ਕੋਰਸ ਕੀਤਾ ਹੈ ਤਾਂ ਉਹਦਾ ਐਕਸਪੀਰੀਅੰਸ ਹੈ। ਬਾਕੀ ਕੰਡੀਸ਼ਨਸ ਵੀ ਨੇ ਜੀ। ਉਹਨਾਂ 'ਚੋਂ ਇੱਕ ਅੰਗਰੇਜ਼ੀ ਟੈਸਟ ਹੈ, 5 ਬੈਂਡ ਆਉਣੇ ਚਾਹੀਦੇ ਨੇ। ਇਹਦੇ ਨਾਲ ਇਕੱਲਾ ਗ੍ਰੇਡ 12 ਵਾਲੇ ਕੁਆਲੀਫਾਈ ਨਹੀਂ ਕਰਦੇ। ਗ੍ਰੇਡ 12 ਤੋਂ ਬਾਅਦ ਪੋਸਟ ਸੈਕੰਡਰੀ 1 ਸਾਲ ਤੁਹਾਡੀ ਐਜੂਕੇਸ਼ਨ ਵੀ ਹੋਣੀ ਚਾਹੀਦੀ ਹੈ ਤੇ ਉਹ ਕ੍ਰੈਡੈਂਸ਼ੀਅਲ ਵੈਲੂਏਸ਼ਨ ਕਰਾਉਣਾ ਜ਼ਰੂਰੀ ਹੈ ਉਹਦਾ ਕੈਨੇਡਾ ਦੇ ਵਿੱਚੋਂ। ਸੋ ਜੇ ਤੁਸੀਂ ਬੈਚਲਰਸ ਕੀਤੀ ਹੈ ਜਾਂ ਕੋਈ ਡਿਪਲੋਮਾ ਕੀਤਾ ਹੈ, ਮਾਸਟਰਸ ਕੀਤੀ ਹੈ, ਤਾਂ ਪਹਿਲਾਂ ਉਹਦਾ ਕ੍ਰੈਡੈਂਸ਼ੀਅਲ ਵੈਲੂਏਸ਼ਨ ਹੋਣਾ ਜ਼ਰੂਰੀ ਹੈ। ਸੋ ਇਕੱਲਾ ਇਹ ਨਹੀਂ ਕਿ ਉਹ 12 ਵਾਲੇ ਆ ਜਾਣਗੇ, 12 ਵਾਲੇ ਹੁਣ ਕੁਆਲੀਫਾਈ ਨਹੀਂ ਕਰਦੇ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ ਜੀ ਮੇਰੇ ਬੇਟੇ ਨੇ ਮਤਲਬ ਅਪਲਾਈ ਕੀਤਾ ਸਾਡਾ ਤੇ ਕਿੰਨੀ ਦੇਰ ਚ ਵਾਰੀ ਆ ਜਾਏਗੀ? ਤੁਹਾਡਾ ਪਰਮਾਨੈਂਟ ਰੈਜ਼ੀਡੈਂਸ ਲਈ ਅਪਲਾਈ ਕੀਤਾ ਜੀ? ਹਾਂਜੀ। ਐਤਕੀ ਸਾਲ ਕੀਤਾ? ਹਾਂਜੀ ਇਹ ਸਾਲ ਹੀ ਕੀਤਾ ਸੀ। ਆ ਜਿਹੜੇ ਹੁਣ ਪਿਛਲੇ ਸਮੇਂ ਦੇ ਵਿੱਚ ਨਵੰਬਰ ਦੇ ਵਿੱਚ ਅਰਜ਼ੀਆਂ ਲਈ ਦਾਖਲਾ ਹੋਇਆ ਸੀ ਜੀ? ਹਾਂਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਸ਼ੁਕਰੀਆ ਜੀ ਸਰ। ਤਰਨ, ਜਿਵੇਂ ਆਪਾਂ ਇਹਦੇ ਬਾਰੇ ਪਹਿਲਾਂ ਵੀ ਇੱਕ ਪ੍ਰੋਗਰਾਮ 'ਚ ਗੱਲ ਕਰ ਚੁੱਕੇ ਸੀਗੇ ਕਿ ਜਿਹੜਾ ਇਹ 2020 ਵਾਲੀਆਂ ਅਰਜ਼ੀ ਲੋਟਰੀ ਜਿਹੜਾ ਪਾਇਆ ਗਿਆ ਹੈ ਰੈਂਡਮ ਸਿਲੈਕਸ਼ਨ, ਇਹਦੀ ਆਹ ਸਾਲ ਦੇ ਵਿੱਚ ਕੋਈ ਆਸ ਨਹੀਂ ਕਿ ਉਹਦੀ ਜਿਹੜੀ ਲੋਕਾਂ ਨੂੰ ਇਨਵੀਟੇਸ਼ਨ ਹੈ ਜਿਹੜਾ ਭੇਜਿਆ ਜਾਵੇ। ਜਦ ਕਿ ਮੇਰਾ ਖਦਸ਼ਾ ਹੈਗਾ, ਮੈਂ ਕਾਫੀ ਹਫ਼ਤੇ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਸ਼ਾਇਦ ਅਗਲੇ ਸਾਲ ਦੀਆਂ ਅਰਜ਼ੀਆਂ ਨੇ ਜਿਹੜੀਆਂ 30,000 ਲੈਣੀਆਂ ਨੇ ਉਹ ਨੰਬਰਸ ਵੀ ਲਾ ਕੇ 2 ਸਾਲਾਂ ਦੀਆਂ ਇਕੱਠੀਆਂ ਰਿਲੀਜ਼ ਹੈ ਜਿਹੜੀਆਂ ਕੀਤੀਆਂ ਜਾ। ਇਹ ਇੱਕ ਗੁੱਡ ਪੋਸੀਬਿਲਿਟੀ ਹੈਗੀ ਹੈ। ਪਰ ਹਾਲੇ ਇਹਦੇ ਤੇ ਕੋਈ ਤਰੀਕ ਨਹੀਂ ਨਿਸ਼ਚਿਤ ਹੋਈ। ਸੋ ਜਿੱਥੇ ਤੱਕ ਮੈਨੂੰ ਆਸ ਹੈਗੀ ਹੈ ਕਿ ਮਾਰਚ ਦੇ ਨੇੜੇ ਤੇੜੇ ਹੋਣੀ ਚਾਹੀਦੀ ਹੈ। ਉਹਦਾ ਇੱਕ ਰੀਜ਼ਨ ਹੈਗਾ। ਰੀਜ਼ਨ ਇਹ ਹੈਗਾ ਕਿ ਅਪ੍ਰੈਲ ਦੇ ਵਿੱਚੋਂ ਆਪਾਂ ਜਿਹੜੇ ਟੈਕਸਸ ਫਾਈਲ ਕਰਦੇ ਹੈਗੇ ਆ। ਜੇ ਇਹਨੂੰ ਕਾਨੂੰਨ ਦੇ ਹਿਸਾਬ ਨਾਲ ਸੋਚੀਏ ਤਾਂ ਸੈਕਸ਼ਨ 133 ਹੈ ਜਿਹੜਾ ਇਨਕਮ ਰਿਕੁਆਇਰਮੈਂਟ ਦੀ ਗੱਲ ਕਰਦਾ। ਸੈਕਸ਼ਨ 134 ਗੱਲ ਕਰਦਾ ਹੈਗਾ ਕਿ ਕਿਹੜਾ ਡਾਕੂਮੈਂਟ ਚਾਹੀਦਾ। ਉਹ ਡਾਕੂਮੈਂਟ ਹੈਗਾ ਡਾਕੂਮੈਂਟ ਇਸ਼ੂਡ ਬਾਈ ਮਿਨਿਸਟਰ ਆਫ ਰੈਵਨਿਊ ਜਿਹੜਾ ਕਿ ਨੋਟਿਸ ਆਫ ਅਸੈਸਮੈਂਟ ਹੈ। ਹੁਣ ਜੇ ਉਸ ਨੂੰ ਰਿਲੀਜ਼ ਕਰ ਦਿੰਦੇ ਨੇ ਜਨਵਰੀ ਦੇ ਵਿੱਚੋਂ ਨਾਂ ਨੂੰ 60 ਦਿਨਾਂ ਦਾ ਤੁਹਾਨੂੰ ਸਮਾਂ ਦੇਣਾ ਅਰਜ਼ੀ ਦਾਖਲ ਕਰਨ ਨੂੰ।
ਪਿਛਲੇ ਸਾਲ ਦੀ ਤੋਂ ਇਨਕਮ ਲੈਣੀ ਹੈ ਤੇ ਆਪਣੇ ਕੋਲ ਤਾਂ ਇਨਕਮ ਦੇ ਕਾਗਜ਼ ਹੀ ਨਹੀਂ ਹੋਣੇ ਜੀ। ਬਿਲਕੁਲ। ਟੈਕਸ ਆਪਾਂ ਫਾਈਲ ਕਰਨਾ ਅਪ੍ਰੈਲ ਦੇ ਵਿੱਚੋਂ, ਮਈ ਜੂਨ ਤੱਕ ਆਪਣੇ ਕੋਲ ਆਉਂਦੇ ਨੇ ਕਾਗਜ਼। ਸੋ ਜੇ ਉਹ ਮਾਰਚ ਚ ਕਰਨਗੇ ਤਾਂ ਉਹ ਤੋਂ ਬਾਅਦ 60 ਦਿਨਾਂ ਦਾ ਸਮਾਂ ਮਈ ਜੂਨ ਬਣਦਾ ਹੈ। ਸੋ ਉਹ ਤੋਂ ਪਹਿਲਾਂ ਹਾਲੇ ਕੋਈ ਆਸ ਨਹੀਂ ਲੱਗਦੀ ਹੈ ਜੀ। ਨੈਕਸਟ ਕਾਲਰ ਜੁੜ ਗਏ ਨੇ। ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂ, ਮੈਂ ਬ੍ਰੈਂਪਟਨ ਤੋਂ ਬੋਲ ਰਹੀ ਹਾਂ। ਮੇਰਾ ਕੁਐਸਚਨ ਇਹ ਹੈ ਕਿ ਜਿਸ ਤਰ੍ਹਾਂ ਨੈਨੀ ਵਾਲੇ ਜਿਨ੍ਹਾਂ ਨੇ ਅਪਲਾਈ ਕੀਤਾ ਸੀ, ਜਿਹੜਾ ਮਾਰਚ ਤੱਕ ਵੀ ਕੀਤਾ ਹੈ, ਜੇ ਉਹਨਾਂ ਦੀ ਹਜੇ ਇਕਨੋਲਜਮੈਂਟ ਨਹੀਂ ਆਈ, ਇਕਨੋਲਜਮੈਂਟ ਮਿਲਣ ਤੋਂ ਬਾਅਦ ਦਾ ਪ੍ਰੋਸੀਜਰ ਹੁਣ 1 ਸਾਲ ਤੱਕ ਲੱਗੇਗਾ ਜਾਂ ਨਹੀਂ? ਲੌਂਗ ਟਾਈਮ, ਕਿੰਨਾ ਟਾਈਮ ਲੱਗੂਗਾ? ਹਾਂ, ਤੁਹਾਡਾ ਸਵਾਲ ਹੈਗਾ ਜੀ ਐਪਲੀਕੇਸ਼ਨ ਪ੍ਰੋਸੈਸ ਹੋਣ ਨੂੰ ਕਿੰਨਾ ਟਾਈਮ ਲੱਗਣਾ ਹੈਗਾ? ਹਾਂਜੀ, ਕਿਉਂਕਿ ਹਜੇ ਤੱਕ ਤਾਂ ਇਕਨੋਲਜਮੈਂਟ ਹੀ ਨਹੀਂ ਮਿਲ ਰਹੀਆਂ ਹੈਗੀਆਂ। ਹਾਂਜੀ, ਬਿਲਕੁਲ। ਅਦਰਵਾਈਜ਼ ਇਹਦਾ ਇੱਕ ਪ੍ਰੋਸੀਜਰ ਸੀ ਕਿ 1 ਸਾਲ ਤੱਕ ਇਹ ਕਲੀਅਰ ਹੋਊਗਾ। ਹਜੇ 6-7 ਮਹੀਨੇ ਹੋ ਗਏ, ਹਜੇ ਇਕਨੋਲਜਮੈਂਟ ਹੀ ਨਹੀਂ ਆਈ, ਤਾਂ ਉਸ ਤੋਂ ਬਾਅਦ ਤਾਂ ਫਿਰ ਸਾਲ ਦਾ ਪ੍ਰੋਸੀਜਰ ਰਹਿ ਜਾਊਗਾ। ਬਿਲਕੁਲ ਸਹੀ ਕਿਹਾ ਜੀ ਤੁਸੀਂ, ਏਦਾਂ ਹੀ ਹੋਣਾ ਹੈਗਾ। ਸੋ ਹਾਲੇ ਤਾਂ ਉਹਨਾਂ ਨੇ ਸਿਰਫ ਅਰਜ਼ੀਆਂ ਦੀ ਗਿਣਤੀ ਕੀਤੀ ਹੈਗੀ ਹੈ। ਸੋ 2 ਨਵੰਬਰ ਨੂੰ ਅਰਜ਼ੀਆਂ ਦੀ ਗਿਣਤੀ ਕਰਕੇ ਉਹਨਾਂ ਨੇ ਆਖਿਆ ਸੀ ਕਿ ਜਿਹੜੀਆਂ ਬੱਚਿਆਂ ਵਾਲੀਆਂ ਅਰਜ਼ੀਆਂ ਨੇ ਉਹ ਪੂਰੀਆਂ ਹੋ ਚੁੱਕੀਆਂ ਨੇ ਤੇ ਉਸ ਤੋਂ ਬਾਅਦ ਜਿਹੜੀਆਂ ਨਵੀਆਂ ਅਰਜ਼ੀਆਂ ਨੇ ਉਹ 2 ਜਨਵਰੀ ਤੋਂ ਲਈਆਂ ਜਾਣਗੀਆਂ। ਸੋ ਬਿਲਕੁਲ ਸਹੀ ਆਖਿਆ। ਹੁਣ ਤੱਕ ਅਰਜ਼ੀਆਂ ਦੀ ਗਿਣਤੀ ਕਰਕੇ ਉਸ ਤੋਂ ਬਾਅਦ ਉਹਨੂੰ ਐਕਨੋਲਜ ਕੀਤਾ ਜਾਊਗਾ। ਐਕਨੋਲਜ ਕਰਨ ਦਾ ਜਿਹੜਾ ਪ੍ਰੋਸੈਸ ਹੈ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਧਾਰਾ 10 ਹੈਗੀ ਹੈ, ਜਿਹੜੀ ਕਾਨੂੰਨ ਦੀ ਧਾਰਾ 10 ਹੈ, ਉਹ ਕਹਿੰਦੀ ਹੈਗੀ ਹੈ ਫਾਰਮ ਤੇ ਕੰਟੈਂਟ ਹੈ ਜਿਹੜਾ ਉਹ ਅਰਜ਼ੀ ਦਾ ਪੂਰਾ ਹੋਣਾ ਚਾਹੀਦਾ। ਮਤਲਬ ਕਿ ਜਿਹੜੇ ਫਾਰਮ ਨੇ ਉਹ ਹੋਣੇ ਚਾਹੀਦੇ, ਜਿੱਥੇ ਦਸਤਖਤ ਕਰਨੇ ਉਹ ਹੋਣੇ ਚਾਹੀਦੇ ਨੇ, ਜਿੱਥੇ ਤੁਸੀਂ ਫੀਸ ਦੇਣੀ ਹੈ ਉਹ ਹੋਣੀ ਚਾਹੀਦੀ ਹੈ, ਜੋ ਲੋੜੀਂਦੇ ਕਾਗਜ਼ ਨੇ ਹੋਣੇ ਚਾਹੀਦੇ ਨੇ। ਜੋ ਸਾਰਾ ਕੁਝ ਹੈਗਾ ਤਾਂ ਅਰਜ਼ੀ ਨੂੰ ਦਾਖਲ ਮੰਨਿਆ ਜਾਊਗਾ। ਜੇ ਦਾਖਲ ਮੰਨਿਆ ਜਾਊਗਾ ਉਹ ਤੋਂ ਬਾਅਦ ਉਹਦੀ ਪ੍ਰੋਸੈਸ ਸ਼ੁਰੂ ਹੋਊਗੀ। ਸੋ ਜੇ ਅਰਜ਼ੀ 'ਚ ਪੂਰੇ ਕਾਗਜ਼ ਨਹੀਂ ਹੈਗੇ, ਹੁਣ ਇੱਕ ਪ੍ਰੋਸੀਜਰ ਕੀਤਾ ਗਿਆ ਹੈਗਾ। ਬਾਕੀ ਦਾ ਆਨਸਰ ਟੀਵੀ ਸਕਰੀਨ ਤੇ ਜੀ ਜ਼ਰੂਰ। ਸੋ ਐਕਸਕਿਊਜ਼ ਮੀ, ਹੁਣ ਇਹ ਪ੍ਰੋਸੀਜਰ ਕੀਤਾ ਗਿਆ ਹੈ ਕਿ ਜੇ ਅਰਜ਼ੀ ਪੂਰੀ ਨਹੀਂ ਹੈ ਤਾਂ ਵਾਪਸ ਨਹੀਂ ਕੀਤੀ ਜਾਊਗੀ, ਉਹ ਤੋਂ ਕਾਗਜ਼ ਮੰਗ ਲਏ ਜਾਣਗੇ, ਕਿਉਂਕਿ ਕੋਵਿਡ ਦੇ ਸਮੇਂ ਦੌਰਾਨ ਤੋਂ ਇੰਨੀ ਜਲਦੀ ਕਾਗਜ਼ ਕਈ ਵਾਰੀ ਨਹੀਂ ਲਿਆ ਜਾਂਦੇ। ਉਹਦੇ ਉੱਤੇ ਵੀ ਇਹ ਛੋਟ ਹੈ ਜਿਹੜੀ ਦਿੱਤੀ ਗਈ ਹੈ ਜੀ। ਜੀ ਬਿਲਕੁਲ। ਜੇ ਸਰ ਅਸੀਂ ਗੱਲ ਕਰੀਏ ਪੀਆਰ ਕਾਰਡ ਦੇ ਬਾਰੇ ਵਿੱਚ। ਹਾਂਜੀ ਜੀ। ਸੋ ਜਿਹੜੀਆਂ ਆਬਲੀਗੇਸ਼ਨਸ ਨੇ, ਆਪਾਂ 2 ਕੰਡੀਸ਼ਨਸ ਦੀ ਗੱਲ ਕਰ ਰਹੇ ਸੀ ਜਿੱਥੇ ਤੁਹਾਡਾ ਪੀਆਰ ਜਾ ਸਕਦਾ ਹੈਗਾ। ਉਹ 'ਚ ਸਭ ਤੋਂ ਪਹਿਲੀ ਜਿਹੜੀ ਹੈਗੀ ਹੈ ਉਹ ਹੈਗੀ ਹੈ ਕਿ ਤੁਸੀਂ ਵੋਲੰਟੈਰਲੀ ਆਪਣੇ ਸਟੇਟਸ ਨੂੰ ਰਿਲੈਂਕੁਇਸ਼ ਕਰ ਦਿਓ। ਕਹਿਣ ਦਾ ਮਤਲਬ ਹੈ ਕਿ ਤੁਸੀਂ ਅਰਜ਼ੀ ਕਰੋ ਕਿ ਮੈਂ ਪੀਆਰ ਨਹੀਂ ਰਹਿਣਾ ਚਾਹੁੰਦਾ। ਉਹ ਅਰਜ਼ੀ ਕਰਨ ਤੋਂ ਬਾਅਦ ਇੱਕ ਆਫਿਸਰ ਦੇਖੂਗਾ ਕਿ ਤੁਸੀਂ ਇਹ ਕਾਬਲੀਅਤ ਰੱਖਦੇ ਹੋ ਕਿ ਤੁਸੀਂ ਰਿਲੈਂਕੁਇਸ਼ ਕਰ ਸਕਦੇ ਹੋ, ਕਿਉਂਕਿ ਆਪਾਂ ਆਪਣੀ ਮਰਜ਼ੀ ਨਾਲ ਨਹੀਂ ਛੱਡ ਸਕਦੇ। ਆਪਣੇ ਤੇ ਕੋਈ ਮਾਮਲਾ ਚੱਲਦਾ, ਜਿੰਨਾ ਚਿਰ ਉਹ ਮਾਮਲੇ ਦਾ ਫੈਸਲਾ ਨਹੀਂ ਹੋ ਜੂ, ਚਾਹੇ ਕ੍ਰਿਮੀਨਲ ਮਾਮਲਾ ਚੱਲਦਾ ਹੈ, ਚਾਹੇ ਕਮਿਊਨੀਕੇਸ਼ਨ ਦਾ ਮਾਮਲਾ ਚੱਲਦਾ ਹੈ, ਜਿੰਨਾ ਚਿਰ ਉਹ ਮਾਮਲੇ ਦਾ ਫੈਸਲਾ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਰਿਲੈਂਕੁਇਸ਼ ਨਹੀਂ ਕਰ ਸਕਦੇ। ਤੇ ਜੇ ਆਪਣੇ ਤੇ ਕੋਈ ਮਾਮਲਾ ਨਹੀਂ ਚੱਲਦਾ ਤਾਂ ਉਹ ਦੱਸ ਦੂਗਾ ਕਿ ਆਪਾਂ ਰਿਲੈਂਕੁਇਸ਼ ਕਰ ਸਕਦੇ ਹਾਂ। ਦੂਜੀ ਕੰਡੀਸ਼ਨ ਹੈਗੀ ਹੈ ਕਿ ਤੁਸੀਂ ਇੱਕ ਜੱਜ ਤੁਹਾਨੂੰ ਰਿਮੂਵਲ ਆਰਡਰ ਦੇ ਦਿੰਦਾ। ਰਿਮੂਵਲ ਆਰਡਰ ਦਾ ਮਤਲਬ ਹੈ ਕਿ ਆਦੇਸ਼ ਨਿਕਾਲੇ ਦਾ ਆਰਡਰ, ਕਿ ਤੁਹਾਡੀ ਪੀਆਰ ਜਿਹੜੀ ਖਤਮ ਕਰ ਦਿੱਤੀ ਗਈ ਹੈ, ਤੁਹਾਨੂੰ ਕੈਨੇਡਾ ਚੋਂ ਰਿਮੂਵ ਕਰ ਦਿੱਤਾ ਜਾਵੇ। ਇਹ 2 ਕੰਡੀਸ਼ਨਸ ਨੂੰ ਛੱਡ ਕੇ ਤੁਹਾਡਾ ਪੀਆਰ ਕਦੇ ਵੀ ਐਕਸਪਾਇਰ ਨਹੀਂ ਹੁੰਦਾ ਹੈਗਾ, ਸਟੇਟਸ ਐਕਸਪਾਇਰ ਨਹੀਂ ਹੁੰਦਾ ਤੁਹਾਡਾ। ਤੇ ਹਰ ਜਿਹੜਾ ਪਰਮਨੈਂਟ ਰੈਜ਼ੀਡੈਂਟ ਹੈ ਉਹ ਤੇ ਕਈ ਤਰ੍ਹਾਂ ਦੀਆਂ ਆਬਲੀਗੇਸ਼ਨਸ ਨੇ। ਇੱਕ ਆਬਲੀਗੇਸ਼ਨ ਉਹਦੇ ਤੇ ਹੈਗੀ ਹੈ ਕਿ ਉਹਨੇ ਗੁੱਡ ਕੰਡਕਟ ਰੱਖਣਾ, ਕਿ ਉਹਨੇ ਕਿਸੇ ਕ੍ਰਿਮੀਨਲ ਮਾਮਲੇ 'ਚ ਇਨਵੋਲਵ ਨਹੀਂ ਹੋਣਾ। ਦੂਜੀ ਆਬਲੀਗੇਸ਼ਨ ਉਹਦੇ ਤੇ ਹੈਗੀ ਹੈ ਕਿ ਉਹਨੇ 5 ਸਾਲਾਂ ਦੇ ਵਿੱਚੋਂ 730 ਦਿਨ ਕੈਨੇਡਾ ਦੇ ਵਿੱਚੋਂ ਰਹਿਣਾ। ਤੇ ਬਹੁਤ ਵੱਡਾ ਭੁਲੇਖਾ ਹੈਗਾ ਕਈ ਵਾਰੀ ਕਿ 730 ਦਿਨ ਕਿਹੜੇ ਗਿਣੇ ਜਾਂਦੇ ਆ। ਆਮ ਤੌਰ ਤੇ ਸਮਝਿਆ ਜਾਂਦਾ ਹੈ ਕਿ ਉਹ ਜਿਹੜੀ ਪੀਆਰ ਕਾਰਡ ਦੀ ਡਿਊਰੇਸ਼ਨ ਹੈ ਉਹਦੇ 730 ਦਿਨ ਗਿਣੇ ਜਾਣ। ਉਹ ਬਿਲਕੁਲ ਸਹੀ ਨਹੀਂ ਹੈਗਾ ਜੀ। ਆਪਾਂ ਜਿਸ ਦਿਨ ਨਵਾਂ ਕਾਰਡ ਲੈਣ ਲਈ ਅਰਜ਼ੀ ਕਰਨੀ ਹੈ ਉਸ ਤੋਂ ਪਿਛਲੇ 5 ਸਾਲਾਂ ਚੋਂ 730 ਦਿਨ ਦੇਖਣੇ ਆ। ਸੋ ਜੇ ਹੁਣ ਆਪਾਂ 2020 ਦੇ ਅਖੀਰ ਦੇ ਵਿੱਚੋਂ ਅਰਜ਼ੀ ਕਰ ਰਹੇ ਹਾਂ ਤਾਂ 2015 ਦੇ ਅਖੀਰ ਤੋਂ ਲੈ ਕੇ 2020 ਦੇ ਅਖੀਰ ਦਾ ਟਾਈਮ ਦੇਖਿਆ ਜਾਊਗਾ। ਕਾਰਡ ਚਾਹੇ ਤੁਹਾਡਾ 2010 ਚ ਐਕਸਪਾਇਰ ਹੋ ਗਿਆ ਸੀਗਾ। ਜੀ ਬਿਲਕੁਲ। ਤੇ ਸਰ ਇਹਦੇ ਬਾਰੇ ਗੱਲ ਕਰਾਂਗੇ। ਸਾਡੇ ਨਾਲ ਦੀ ਨਾਲ ਦਰਸ਼ਕ ਸ਼ੁਰੂ ਹੋ ਗਏ ਨੇ, ਉਹਨਾਂ ਦੀਆਂ ਕਾਲਸ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਸੀਂ ਮੈਂ ਤਾਂ ਲੰਡਨ ਤੋਂ ਬੋਲ ਰਿਹਾ ਜੀ। ਜੀ ਸਰ ਦੱਸੋ ਕੀ ਸਵਾਲ ਹੈ? ਜਿੱਦਾਂ ਵੀ ਮੇਰੀ ਵਾਈਫ ਇੰਡੀਆ ਤੋਂ ਕੈਨੇਡਾ ਆਈ ਸੀ, ਉਹਦਾ ਜਿਹੜਾ ਵੀਜ਼ਾ ਸੀ ਉਹ ਨਵੰਬਰ ਤੱਕ ਸੀ। ਨਵੰਬਰ ਤੋਂ ਬਾਅਦ ਅਸੀਂ ਐਕਸਟੈਂਸ਼ਨ ਵਾਸਤੇ ਪਾਇਆ ਸੀ, ਅਪ੍ਰੈਲ ਤੱਕ ਐਕਸਟੈਂਸ਼ਨ ਮਿਲ ਗਈ ਉਹਨੂੰ ਜੀ। ਤੇ ਹੁਣ ਉਹਦਾ ਪਾਸਪੋਰਟ ਐਕਸਪਾਇਰ ਸੀ, ਦੁਬਾਰਾ ਨਵਾਂ ਬਣਵਾਇਆ। ਉਹਦਾ ਮੈਡੀਕਲ ਹੋ ਗਿਆ ਹੁਣ ਪੀਆਰ ਵਾਸਤੇ। ਹੁਣ ਅਸੀਂ ਇੰਡੀਆ ਨੂੰ ਭੇਜਣਾ ਤੇ ਵਾਪਸ ਆਉਣ ਵਾਸਤੇ ਸਾਨੂੰ ਨਾ ਵਿਜ਼ਟਰ ਵੀਜ਼ਾ ਚਾਹੀਦਾ, ਕਿ ਅਸੀਂ ਅਪਲਾਈ ਕਰ ਸਕਦੇ ਹਾਂ। ਤੁਹਾਡਾ ਕੀ ਸਟੇਟਸ ਹੈ ਜੀ ਕੈਨੇਡਾ ਦੇ ਵਿੱਚੋਂ?
ਮੈਂ ਜੀ ਡਿਜੀਟਲ ਵੀਜ਼ੇ ਤੇ ਹੀ ਹਾਂ, ਮੈਂ ਵੀ ਵਾਪਸ ਚਲੇ ਜਾਣਾ, ਬਟ ਮਿਸੇਜ ਨੇ ਵਾਪਸ ਆਣਾ। ਹਾਂਜੀ, ਸੋ ਜੇ ਉਹਨੇ ਵਾਪਸ ਆਉਣਾ ਤੇ ਉਹਨਾਂ ਨੂੰ ਵਿਜ਼ਿਟ ਵੀਜ਼ਾ ਚਾਹੀਦਾ ਹੈ ਤੇ ਵਿਜ਼ਿਟ ਵੀਜ਼ੇ ਦੇ ਅੱਜ ਕੱਲ੍ਹ ਵਿੱਚ ਬਹੁਤ ਡਿਲੇ ਹੈਗੀ ਹੈ ਜੀ। ਸੋ ਅੱਛਾ ਜੀ। ਕਿਉਂਕਿ ਉਹ ਪ੍ਰਾਇੋਰਟੀ ਪ੍ਰੋਸੈਸਿੰਗ ਦੇ ਉੱਤੇ ਨਹੀਂ ਹੈਗਾ, ਕਿਉਂਕਿ ਜਿਹੜੇ ਪ੍ਰਾਇੋਰਟੀ ਪ੍ਰੋਸੈਸਿੰਗ ਦੇ ਉੱਤੇ ਨੇ ਉਹ F ਨਾਲ ਜਾਂ S ਨਾਲ ਸ਼ੁਰੂ ਹੋਣ ਵਾਲੇ ਕੇਸ ਨੇ, ਫੈਮਿਲੀ ਕਲਾਸ ਜਾਂ ਸਟੂਡੈਂਟ ਦੇ ਕੇਸਿਸ। ਉਹ ਤੋਂ ਇਲਾਵਾ ਜਿਹੜੀ ਪ੍ਰਾਇੋਰਟੀ ਪ੍ਰੋਸੈਸਿੰਗ ਹੈ ਨਹੀਂ ਹੈਗੀ ਹੈ। ਸੋ ਜੇ ਤੁਸੀਂ ਵਿਜ਼ਿਟ ਵੀਜ਼ਾ ਅਪਲਾਈ ਕਰੋਗੇ ਤਾਂ ਉਹਨੂੰ ਕਾਫੀ ਲੰਬਾ ਸਮਾਂ ਜਿਹੜਾ ਉਹ ਲੱਗ ਸਕਦਾ ਹੈਗਾ। ਸੋ ਜੇ ਤੁਸੀਂ ਇੰਤਜ਼ਾਰ ਕਰ ਸਕਦੇ ਹੋ ਉੱਥੇ ਬੈਠ ਕੇ ਲੰਬਾ ਸਮਾਂ ਤੇ ਫਿਰ ਠੀਕ ਹੈ ਜੀ, ਪਰ ਜੇ ਤੁਸੀਂ ਲੰਬਾ ਸਮਾਂ ਇੰਤਜ਼ਾਰ ਨਹੀਂ ਕਰ ਸਕਦੇ ਤਾਂ ਫਿਰ ਤੁਹਾਨੂੰ ਇੱਥੋਂ ਹੀ ਆਪਦਾ ਐਕਸਟੈਂਸ਼ਨ ਹੈ ਜਿਹੜੀ ਉਹ ਵਧਾ ਲੈਣੀ ਚਾਹੀਦੀ ਹੈ ਜੀ। ਸ਼ੁਕਰੀਆ ਗੱਲ ਕਰਨ ਦੇ ਲਈ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਟੀਵੀ ਸਕਰੀਨ ਦੀ ਆਵਾਜ਼ ਪਲੀਜ਼ ਘੱਟ ਕਰ ਦਿਓ। ਓਕੇ ਜੀ। ਜੀ ਤੇ ਆਪਾਂ ਜੀ, ਮੈਂ ਇੱਕ ਸਵਾਲ ਪੁੱਛਣਾ ਸੀਗਾ ਜੀ। ਜੀ ਦੱਸੋ ਜੀ, ਕੀ ਸਵਾਲ ਹੈ ਤੁਹਾਡਾ? ਜੀ ਮੈਂ ਰਿਫਿਊਜੀ ਕੇਸ ਲਾਇਆ ਹੋਇਆ ਜੀ, ਹਾਲੇ ਤੱਕ ਮੇਰੀ ਕੋਈ ਆਈਡੀ ਨਹੀਂ ਆਈ ਜਾਂ ਕੁਛ ਨਹੀਂ ਆਇਆ ਜੀ। 2 ਮਹੀਨੇ ਦੀ ਲਾਈ ਹੋਈ ਆ ਤੇ ਜੀ ਮੈਨੂੰ ਕੰਮ ਕਰਦਾ ਫਿਰ ਬਹੁਤ ਔਖਾ ਜੀ। ਫਿਰ ਮੈਂ ਕਿੱਦਾਂ ਕੰਮ ਕਰਦਾ, ਨਾ ਮੇਰੇ ਕੋਲੇ ਜੀ ਕੋਈ ਆਈਡੀ ਆ, ਨਾ ਮੈਂ ਫਿਰ ਕੰਮ ਨਹੀਂ ਕਰ ਸਕਦਾ ਜੀ। ਮੇਰਾ ਕੀ ਪ੍ਰੋਸੀਜਰ ਹੈ ਜੀ? ਇਹਦੇ ਮੇਰੀ ਫਾਈਲ ਦਾ ਕੋਈ ਅਸਰ ਪਊਗਾ ਜੀ? ਆਪ ਜੀ ਨੇ ਰੈਫਿਊਜੀ ਕਲੇਮ ਕਿਵੇਂ ਤੇ ਕਿੱਥੇ ਕੀਤਾ ਸੀਗਾ ਜੀ? ਤੇ ਜੀ ਮੈਂ ਰਿਫਿਊਜੀ ਕੇਸ ਇੱਥੇ ਕਿਊਬਿਕ ਚ ਲਾਇਆ ਹੋਇਆ ਜੀ ਮੇਰਾ। ਤੇ ਜੀ ਪਹਿਲਾਂ ਮੈਂ 2 ਸਾਲ ਪਹਿਲਾਂ ਵਰਕ ਪਰਮਿਟ ਤੇ ਸੀਗਾ ਜੀ ਬ੍ਰਿਟਿਸ਼ ਕੋਲੰਬੀਆ ਚ ਜੀ। ਹਾਂਜੀ, ਉਹ ਤਾਂ ਠੀਕ ਹੈ। ਤੋ ਤੁਸੀਂ ਹਾਂਜੀ, ਉਸ ਤੋਂ ਬਾਅਦ ਮੇਰਾ ਰਿਫਿਊਜੀ ਕੇਸ ਜੀ ਉਹਨੇ ਪਰਮਨੈਂਟ ਦਾ ਜੀ। ਮੈਨੂੰ ਉਧਰ ਪ੍ਰੋਬਲਮ ਆ ਜੀ, ਇੰਡੀਆ ਚ ਮੇਰੀ ਦੀ ਉਧਰ ਰੌਲਾ ਚੱਲਦਾ ਜੀ ਬਹੁਤ ਟਾਈਮ ਦਾ, ਤੇ ਇਸ ਕਰਕੇ ਮੈਂ ਰਿਫਿਊਜੀ ਫਾਈਲ ਲਾਈ ਜੀ। ਹਾਲੇ ਤੱਕ ਮੇਰੀ ਕੋਈ ਆਈਡੀ ਨਹੀਂ ਆਈ, ਮੈਡੀਕਲ ਹੋ ਗਿਆ ਜੀ। ਮੈਨੂੰ ਕੰਮ ਫਿਰ ਮਿਲ ਨਹੀਂ ਰਿਹਾ ਜੀ। ਮੈਂ ਫਿਰ ਕੀ ਕਰਾਂ ਜੀ? ਨਾ ਮੈਨੂੰ ਕੋਈ ਕੰਮ ਜੀ ਕੈਸ਼ ਨਹੀਂ ਕੋਈ ਦਿੰਦਾ ਤੇ ਜੀ ਮੇਰੇ ਕੋਲ ਪੇਪਰ ਹੈ ਨਹੀਂ। ਪੇਪਰਾਂ ਤੇ ਫਿਰ ਮੈਂ ਜੀ ਕਰ ਨਹੀਂ ਸਕਦਾ ਜੀ, ਮੇਰੇ ਕੋਲ ਪੇਪਰ ਹੀ ਹੈ ਨਹੀਂ ਜੀ। ਹਾਂਜੀ, ਬਿਲਕੁਲ ਸਹੀ। ਆਪ ਜੀ ਨੇ ਹਾਂਜੀ, ਉਹਨੇ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਜੀ ਐਕਚੁਅਲੀ। ਤੋ ਤੁਸੀਂ ਕਲੇਮ 에ਅਰਪੋਰਟ ਤੇ ਫਾਈਲ ਕੀਤਾ ਸੀ ਜਾਂ ਤੁਸੀਂ ਕਲੇਮ ਲੈਂਡ ਵਾਲੇ ਆਫਿਸ ਦੇ ਉੱਤੇ ਫਾਈਲ ਕੀਤਾ ਸੀਗਾ? ਜੀ ਮੈਂ ਇੱਥੇ ਯਾਨੀ ਕਿ ਜੰਟ ਥਰੂ ਕੀਤਾ ਸੀ ਜੀ। ਮੈਨੂੰ ਇੰਨਾ ਨਹੀਂ ਪਤਾ, ਮੈਂ ਜੰਟ ਥਰੂ ਕੀਤਾ ਜੀ ਇੱਥੇ। ਹਾਂਜੀ, ਉਹ ਤਾਂ ਬਿਲਕੁਲ ਕਰ ਲਿਆ। ਤੁਹਾਡੀ ਇੱਕ ਇਮੀਗ੍ਰੇਸ਼ਨ ਮਹਿਕਮੇ ਦੇ ਅਫਸਰ ਨਾਲ ਇੰਟਰਵਿਊ ਹੋਈ ਸੀ ਜਾਂ ਨਹੀਂ ਹੋਈ ਸੀ? ਨਹੀਂ, ਹਾਲੇ ਤੱਕ ਨਹੀਂ। ਮੇਰਾ ਪਾਸਪੋਰਟ ਮੇਰੇ ਕੋਲ ਹੈ, ਹਾਲੇ ਤੱਕ ਪਾਸਪੋਰਟ ਮੇਰਾ ਜਮਾ ਨਹੀਂ ਹੋਇਆ। ਕੱਚੀ ਖੇਡ ਮੇਰੀ ਹੋਈ ਨਹੀਂ ਜੀ, ਮੇਰਾ ਮੈਡੀਕਲ ਹੋਇਆ ਹੈ। ਹਾਂਜੀ, ਉਹ ਤਾਂ ਆਪ ਜੀ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ। ਤੋ ਜਦੋਂ ਦਾਖਲ ਕਰ ਦਿੱਤਾ ਸੀ ਕਲੇਮ, ਉਸ ਤੋਂ ਬਾਅਦ ਆਪ ਜੀ ਨੂੰ ਇੰਟਰਵਿਊ ਲਈ ਸੱਦਿਆ ਗਿਆ ਸੀ ਜਾਂ ਨਹੀਂ ਸੱਦਿਆ ਗਿਆ ਸੀਗਾ? ਨਹੀਂ, ਸੱਦਿਆ ਨਹੀਂ ਗਿਆ ਜੀ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਬਾਕੀ ਦਾ ਕਾਲ ਕਰਨ ਲਈ ਸ਼ੁਕਰੀਆ ਜੀ ਸਰ। ਤਰਨ, ਹੁਣ ਬਹੁਤ ਇੱਕ ਕੰਪਲਿਕੇਟਡ ਪ੍ਰੋਸੀਜਰ ਚੱਲ ਰਿਹਾ ਹੈਗਾ ਜਦੋਂ ਦਾ COVID-19 ਸ਼ੁਰੂ ਹੋਇਆ। ਆਮ ਤੌਰ ਤੇ ਰੈਫਿਊਜੀ ਜਦੋਂ ਕਲੇਮ ਕਰਨ ਦਾ ਜਿਹੜਾ ਪ੍ਰੋਸੈਸ ਹੈਗਾ ਉਹ ਤੁਸੀਂ 2 ਜਗ੍ਹਾ ਤੇ ਜਾਂ ਟੈਕਨੀਕਲੀ 3 ਜਗ੍ਹਾ ਤੇ ਫਾਈਲ ਕਰ ਸਕਦੇ ਹੋ। ਸੋ ਤੁਸੀਂ ਉਹ 에ਅਰਪੋਰਟ ਤੇ ਜਦੋਂ ਉਤਰਦੇ ਹੋ, ਲੈਂਡ ਕ੍ਰਾਸਿੰਗ ਤੇ ਉਦੋਂ ਕਰ ਸਕਦੇ ਹੋ, ਜਾਂ ਤੁਸੀਂ ਜੇ ਕੈਨੇਡਾ ਦੇ ਅੰਦਰ ਹੈ ਤੁਸੀਂ ਇਮੀਗ੍ਰੇਸ਼ਨ ਮਹਿਕਮੇ ਦੇ ਦਫ਼ਤਰ 'ਚ ਜਾ ਕੇ ਵੀ ਜਿਹੜਾ ਜਿੱਥੇ ਆਪਣੇ ਇੱਥੇ ਜੇ ਟੋਰਾਂਟੋ ਦੀ ਗੱਲ ਕਰੀਏ ਤਾਂ ਜਿਹੜਾ ਇੰਟਰਨੈਸ਼ਨਲ ਸੈਂਟਰ ਹੈ ਉੱਥੇ ਜਾ ਕੇ ਤੁਸੀਂ ਰੈਫਿਊਜੀ ਕਲੇਮ ਫਾਈਲ ਕਰਦੇ ਆ। ਸੋ ਜਦ ਤੁਸੀਂ ਕਲੇਮ ਫਾਈਲ ਕਰਦੇ ਹੋ, ਆਮ ਤੌਰ ਤੇ ਕੀ ਹੁੰਦਾ ਸੀਗਾ ਕਿ ਉਦੋਂ ਹੀ ਤੁਹਾਨੂੰ ਉਹ ਨਾਲ ਦੀ ਨਾਲ ਸਮਾਂ ਦੇ ਕੇ ਤੇ ਬੁਲਾ ਕੇ ਇੰਟਰਵਿਊ ਕਰਕੇ ਥੋੜੀ ਐਲੀਜੀਬਿਲਿਟੀ ਕਲੇਮ ਦੀ ਚੈੱਕ ਕਰਕੇ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਕਲੇਮੈਂਟ ਡਾਕੂਮੈਂਟ ਉਹ ਇਸ਼ੂ ਕਰ ਦਿੰਦੇ ਸੀ, ਵਰਕ ਪਰਮਿਟ ਅਪਲਾਈ ਕਰਦੇ ਸੀ ਤੇ ਤੁਸੀਂ ਕੰਮ ਲੱਗ ਜਾਂਦੇ ਸੀ। ਆਮ ਤੌਰ ਤੇ ਪ੍ਰੋਸੀਜਰ ਸੀਗਾ। ਹੁਣ ਕਿਉਂਕਿ COVID-19 ਕਰਕੇ ਬਹੁਤ ਵੱਡੀਆਂ ਡਿਲੇਜ਼ ਜਿਹੜੀਆਂ ਹੋ ਚੁੱਕੀਆਂ ਹੈਗੀਆਂ ਨੇ। ਮੈਂ ਆਪਣੇ ਇੱਕ ਕਲਾਇੰਟ ਦਾ ਐਗਜ਼ਾਮਪਲ ਤੁਹਾਨੂੰ ਦੇਣਾ ਚਾਹੁੰਦਾ। ਉਹਨਾਂ ਨੇ ਆ ਕੇ ਮਾਰਚ ਦੇ ਵਿੱਚ ਕਲੇਮ ਫਾਈਲ ਕੀਤਾ ਸੀ ਤੇ ਹੁਣ ਦਸੰਬਰ ਦੇ ਵਿੱਚੋਂ ਜਾ ਕੇ ਕਿਤੇ ਉਹਨਾਂ ਨੂੰ ਜਿਹੜੀ ਆਫਿਸਰ ਨਾਲ ਅਪਾਇੰਟਮੈਂਟ ਆ ਉਹ ਮਿਲੀ ਹੈ ਤੇ ਹੁਣ ਜਾ ਕੇ ਉਹਨਾਂ ਦਾ ਰੈਫਿਊਜੀ ਕਲੇਮ ਡਾਕੂਮੈਂਟ ਜਿਹੜਾ ਇਸ਼ੂ ਹੋਇਆ। ਉਹਨਾਂ ਦਾ ਵਰਕ ਪਰਮਿਟ ਪਹਿਲਾਂ ਅਪਲਾਈ ਕਰ ਦਿੱਤਾ ਗਿਆ ਸੀ, ਪਰ ਉਹ ਵਰਕ ਪਰਮਿਟ ਤੇ ਉਦੋਂ ਤੱਕ ਫੈਸਲਾ ਨਹੀਂ ਹੋਣਾ ਸੀ ਜਦੋਂ ਤੱਕ ਉਹਨਾਂ ਨੂੰ ਇਹ ਕਲੇਮ ਡਾਕੂਮੈਂਟ ਮਿਲ ਨਹੀਂ ਜਾਣਾ ਸੀ। ਉਹਨਾਂ ਦਾ ਇੱਕ ਚਾਈਲਡ ਸੀ, ਚਾਈਲਡ ਨੂੰ ਪਹਿਲਾਂ ਸਟੱਡੀ ਪਰਮਿਟ ਮਿਲ ਗਿਆ ਕਿਉਂਕਿ ਜਿਹੜਾ ਨਿਆਣੇ ਨੂੰ ਡਿਲੇ ਨਹੀਂ ਕੀਤਾ ਜਾ ਸਕਦਾ ਪੜ੍ਹਾਈ ਤੋਂ, ਉਸ ਕਰਕੇ ਉਹਨੂੰ ਇਸ਼ੂ ਕਰ ਦਿੱਤਾ ਗਿਆ। ਸੋ ਇਹਨਾਂ ਕੋਲੇ ਸਭ ਤੋਂ ਪਹਿਲਾਂ ਇਹਨਾਂ ਦੀ ਐਕਨੋਲੇਜਮੈਂਟ ਹੋਣੀ ਚਾਹੀਦੀ ਹੈ ਇਹਨਾਂ ਨੇ ਕਲੇਮ ਦਾਖਲ ਕਰ ਦਿੱਤਾ ਹੈ। ਜੇ ਇਹਨਾਂ ਨੇ ਕਲੇਮ ਦਾਖਲ ਕਰਤਾ ਤਾਂ ਵਰਕ ਪਰਮਿਟ ਆਪਦਾ ਅਪਲਾਈ ਹੈ ਜਿਹੜਾ ਉਹ ਕਰ ਸਕਦੇ ਨੇ, ਤੇ ਜੇ ਵਰਕ ਪਰਮਿਟ ਅਪਲਾਈ ਹੋਇਆ ਤੇ ਪਿਛਲਾ ਵਰਕ ਪਰਮਿਟ ਹਾਲੇ ਇਹਦਾ ਐਕਸਪਾਇਰ ਨਹੀਂ ਹੋਇਆ ਤਾਂ ਕੰਮ ਵੀ ਕਰ ਸਕਦੇ ਨੇ। ਸੋ ਆਪਾਂ ਉਹ ਕੰਡੀਸ਼ਨ ਇਹਨਾਂ ਨੇ ਨਹੀਂ ਦੱਸੀ ਕਿਉਂਕਿ ਇਹਨਾਂ ਨੂੰ ਸ਼ਾਇਦ ਆਪਣੇ ਕੇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈਗੀ ਹੈ। तो मैं ਇਹਨੂੰ ਚਾਹੂੰਗਾ ਕਿ ਤੁਸੀਂ ਸਾਡੇ ਆਫਿਸ ਕਾਲ ਕਰ ਲਿਓ ਜੀ। ਤੁਹਾਡੇ ਨਾਲ ਕਾਫੀ ਡਿਟੇਲ ਚ ਗੱਲ ਕਰਨ ਤੋਂ ਬਾਅਦ ਹੀ ਪਤਾ ਕਰਿਆ ਜਾ ਸਕਦਾ। ਪਰ ਜੇ ਤੁਹਾਡਾ ਪਰਮਿਟ ਪਹਿਲਾਂ ਐਕਸਪਾਇਰ ਹੋ ਚੁੱਕਿਆ ਸੀ ਤੇ ਫਿਰ ਤੁਸੀਂ ਨਵਾਂ ਨਹੀਂ ਕਰਿਆ, ਫਿਰ ਤੁਸੀਂ ਕੰਮ ਹਾਲੇ ਨਹੀਂ ਕਰ ਸਕਦੇ। ਜੀ ਬਿਲਕੁਲ ਨਾਜ਼ਿਲਾ, ਮੈਂ ਆਪਣੀ ਸਰਵਰ ਟੀਮ ਨੂੰ ਵੀ ਕਹੂੰਗੀ ਕਿ ਬਾਕੀ ਦੀਆਂ ਕਾਲ ਸਾਨੂੰ ਜਿਹੜੀਆਂ ਫਾਰਵਰਡ ਕੀਤੀਆਂ ਜਾਣ। ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਲਾਈਨ ਤੇ ਮੌਜੂਦ ਨੇ। ਹੈਲੋ
ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਸਰ, ਕਿੱਥੋਂ ਬੋਲ ਰਹੇ ਹੋ? ਅਸੀਂ ਜੀ ਅਲਬਰਟਾ ਤੋਂ ਬੋਲ ਰਹੇ ਹਾਂ। ਜੀ ਦੱਸੋ ਜੀ। ਉਹ ਇੱਕ ਸਵਾਲ ਪੁੱਛਣਾ ਸੀਗਾ ਇਹਨਾਂ ਨੂੰ ਜੀ ਕਿ ਨਾ ਸਾਡਾ ਲੜਕਾ ਜਿਹੜਾ ਉਹ ਸਿਟੀਜ਼ਨ ਸਪੇਨ ਤੋਂ ਆਉਣ ਇੱਥੇ ਆਉਣਾ ਸੀਗਾ ਜੀ ਵੀਜ਼ੇ ਤੇ ਉਹਨੂੰ ਵਰਕ ਪਰਮਿਟ ਓਪਨ ਕਹਿੰਦੇ ਨੇ ਵੀ ਇਹ ਕਾਨੂੰਨ ਆ ਵੀ ਮਿਲ ਸਕਦਾ, ਪਰ ਲੇਕਿਨ ਉਹ ਫਾਈਲਾਂ ਚੱਲਦੀਆਂ ਨੇ ਕਿ ਹੁਣ ਬੰਦ ਨੇ ਜੀ, ਉਹ ਕਦੋਂ ਖੁੱਲਣਗੀਆਂ ਜੀ? ਜੀ ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਰ। ਹਾਂਜੀ, ਆਪਾਂ ਤੁਹਾਨੂੰ ਯਾਦ ਹੋਣਾ ਫਿਊ ਵੀਕਸ ਅਗੋ ਜਿਹੜਾ ਗੱਲ ਕੀਤੀ ਸੀਗੀ ਇਸ ਬਾਰੇ, ਜਿਹੜਾ ਹੌਲੀਡੇ ਵਰਕ ਵੀਜ਼ਾ ਹੈਗਾ ਜੀ। ਤੋ ਕਿਉਂਕਿ ਟਰੈਵਲ ਰਿਸਟ੍ਰਿਕਸ਼ਨਸ ਨੇ, ਇਸ ਲਈ ਕੈਨੇਡਾ 'ਚ ਹੌਲੀਡੇ ਕਰਨਾ ਜਿਹੜਾ ਜ਼ਰੂਰੀ ਕੰਮ ਨਹੀਂ ਸਮਝਿਆ ਜਾਂਦਾ, ਸੋ ਹਾਲੇ ਫਿਲਹਾਲ ਉਹਦੇ ਤੇ ਰੋਕ ਹੈਗੀ ਹੈ ਜੀ। ਨੈਕਸਟ ਕਾਲਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਸਰ। ਦੱਸੋ ਜੀ ਕੀ ਸਵਾਲ ਹੈ? ਮੇਰਾ ਕਹਿਣਾ ਸਾਹਮਣੇ ਇਹ ਸਵਾਲ ਹੈ ਜੀ, ਮੇਰੇ ਇੱਕ ਫਰੈਂਡ ਨੇ, ਉਹ 2 ਸਾਲ ਪਹਿਲਾਂ ਉਹਨਾਂ ਨੇ PR ਦੀ ਫਾਈਲ ਲਾਈ ਸੀ, ਪੇਪਰ ਐਪਲੀਕੇਸ਼ਨ, ਤੇ ਉਹ ਉਦੋਂ ਉਹਨਾਂ ਨੇ ਸਾਰਾ ਕੁਝ PCC ਵਗੈਰਾ ਲਾਇਆ ਸੀ, ਪਰ ਹੁਣ ਉਹਨਾਂ ਨੂੰ ਸ਼ੱਕ ਹੈ ਜੋ ਆਪਣੇ ਸ਼ਹਿਰ 'ਚ ਫੋਨ ਕਰਦੇ ਆ ਵੀ ਸ਼ਾਇਦ ਉਹਨਾਂ ਦੇ ਖਿਲਾਫ ਕਿਸੇ ਨੇ ਕੋਈ ਕੇਸ ਕੂਸ ਨਾ ਕਰਤਾ ਹੋਵੇ, ਵੀ ਕਿਸੇ ਤਰ੍ਹਾਂ ਦਾ ਕੋਈ ਕ੍ਰਿਮੀਨਲ ਕੇਸ ਜਾਂ ਕਿਸੇ ਤਰ੍ਹਾਂ ਦਾ ਕੋਈ ਕੇਸ ਨਾ ਕਰਤਾ ਹੋਵੇ। ਇਸ ਕਰਕੇ ਉਹ ਬੜੀ ਟੈਨਸ਼ਨ 'ਚ ਨੇ। ਮੈਂ ਕਹਿਣਾ ਪੁੱਛਣਾ ਚਾਹੁੰਦਾ, ਜਦੋਂ ਬੰਦਾ ਉਹਦੇ ਹੋਵੇ 2 ਸਾਲ ਤੋਂ ਤੇ ਉਹਨੇ PCC ਵਗੈਰਾ ਆਪਣੀ ਸਾਰੀ ਕੁਝ ਦੇਤੀ ਹੋਵੇ, ਤੇ ਕਿ ਜੇ ਕੋਈ ਕੇਸ ਉੱਥੇ ਦੁਬਾਰਾ ਕੋਈ ਕਰਦੇ ਹੋਵੇ ਹੋਣ ਤੋਂ ਬਾਅਦ ਉਸੇ ਫਾਈਲ ਤੇ ਫਰਕ ਪੈਂਦਾ? ਆਪਾਂ ਟੀਵੀ ਸਕਰੀਨ ਤੇ ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ ਜੀ। ਮੈਂ ਤੁਹਾਡੇ ਨਾਲ ਅਕਸਰ ਆਪ ਜੀ ਨੇ ਜਦੋਂ ਕ੍ਰਿਮੀਨੈਲਿਟੀ ਦੀ ਗੱਲ ਸਾਂਝੀ ਕਰਦਾ, ਮੈਂ ਦੱਸਦਾ ਹਾਂ ਕਿ ਵਿਦੇਸ਼ੀਆਂ ਲਈ ਕਾਨੂੰਨ ਵੱਖਰੇ ਲਿਖੇ ਹੋਏ ਨੇ, ਕੈਨੇਡੀਅਨਸ ਲਈ ਕਾਨੂੰਨ ਵੱਖਰੇ ਲਿਖੇ ਹੋਏ ਨੇ। ਸੋ ਜਿਹੜਾ ਇਹਨਾਂ ਦਾ ਮਾਮਲਾ ਹੈਗਾ, ਇਹਨਾਂ ਦੇ ਫਰੈਂਡ ਦਾ ਜਿਹੜਾ ਮਾਮਲਾ ਹੈਗਾ, ਉਹ ਸੈਕਸ਼ਨ 36(1)C ਦੇ ਥੱਲੇ ਆਉਂਦਾ ਹੈਗਾ, ਜਿੱਥੇ ਕਿ ਜੇ ਤੁਸੀਂ ਕੈਨੇਡਾ ਤੋਂ ਬਾਹਰ ਕਿਸੇ ਫੋਰਨ ਨੈਸ਼ਨਲ ਨੇ ਕੋਈ ਕ੍ਰਾਈਮ ਕਮਿਟ ਕੀਤਾ ਹੈਗਾ, ਤੇ ਉਹ ਕਮਿਟ ਹੈ ਜਿਹੜਾ ਉਹ ਕੈਨੇਡਾ ਦੇ ਵਿੱਚ ਵੀ ਕ੍ਰਾਈਮ ਮੰਨਿਆ ਜਾਂਦਾ, ਉਹ ਸੇਮ ਕ੍ਰਾਈਮ, ਤਾਂ ਫਿਰ ਚਾਹੇ ਉਹਦੀ ਕਨਵਿਕਸ਼ਨ ਨਹੀਂ ਵੀ ਹੋਈ ਤਾਂ ਵੀ ਉਹਨੂੰ ਕ੍ਰਿਮੀਨੈਲਿਟੀ ਮੰਨਿਆ ਜਾਊਗਾ। ਜੇ ਉਹਨੇ ਕ੍ਰਾਈਮ ਕਮਿਟ ਕੀਤਾ ਚਾਹੇ ਉਹਦੀ ਕਨਵਿਕਸ਼ਨ ਨਹੀਂ ਵੀ ਹੋਈ। ਹਾਂ, ਜੇ ਉਹਦਾ ਐਕੁਇਟਲ ਹੋ ਗਿਆ, ਮਤਲਬ ਕਿ ਉਹਨੂੰ ਬਰੀ ਕਰਤਾ ਕੋਰਟ ਨੇ, ਫਿਰ ਤਾਂ ਨਹੀਂ ਮੰਨਿਆ ਜਾਊਗਾ। ਪਰ ਚਾਹੇ ਕਨਵਿਕਸ਼ਨ ਨਹੀਂ ਹੋਈ ਪਰ ਉਹਨੇ ਜੁਰਮ ਕਮਿਟ ਕੀਤਾ ਤਾਂ ਵੀ ਉਹਨੂੰ ਜਿਹੜਾ ਉਹ ਕ੍ਰਿਮੀਨੈਲਿਟੀ 'ਚ ਮੰਨਿਆ ਜਾਊਗਾ। ਸੋ ਕਿਉਂਕਿ ਪ੍ਰਾਈਵੇਸੀ ਦਾ ਇਸ਼ੂ ਹੈ, ਇਸ ਲਈ ਮੈਂ ਉਹਨਾਂ ਨੂੰ ਬਹੁਤੇ ਸਵਾਲ ਔਨ ਦੀ ਸਕਰੀਨ ਪੁੱਛਣਾ ਨਹੀਂ ਚਾਹੁੰਦਾ ਸੀਗਾ। ਪਹਿਲਾਂ ਤਾਂ ਆਪਾਂ ਨੂੰ ਇਹ ਇਕੁਇਵਲੈਂਸੀ ਦੇਖਣੀ ਪੈਣੀ ਹੈ ਕਿ ਉਹ ਜਿਹੜਾ ਕ੍ਰਾਈਮ ਹੈਗਾ ਉਹ ਕੈਨੇਡਾ ਦੇ ਵਿੱਚ ਉਹ ਕ੍ਰਾਈਮ ਹੈ ਜਾਂ ਉਹ ਕੈਨੇਡਾ 'ਚ ਕ੍ਰਾਈਮ ਨਹੀਂ ਹੈ। ਹੁਣ ਜਿਹੜਾ ਮੰਨ ਲਓ ਜੇ ਕੋਈ ਕਿਸੇ ਦਾ ਚੈੱਕ ਬਾਉਂਸ ਹੋ ਜਾਂਦਾ ਹੈ, ਉਹ ਇੰਡੀਆ ਦੇ ਵਿੱਚੋਂ ਕ੍ਰਿਮੀਨਲ ਆਫੈਂਸ ਮੰਨਿਆ ਜਾਂਦਾ, ਪਰ ਉਹ ਕੈਨੇਡਾ 'ਚ ਕ੍ਰਿਮੀਨਲ ਆਫੈਂਸ ਨਹੀਂ ਹੈਗਾ। ਸੋ ਜੇ ਇਹੋ ਜਿਹਾ ਕੋਈ ਮਾਮਲਾ ਹੋ ਗਿਆ, ਉਹ ਕੈਨੇਡਾ 'ਚ ਕ੍ਰਾਈਮ ਨਹੀਂ ਹੈਗਾ, ਸੋ ਨਹੀਂ ਮੰਨਿਆ ਜਾਊਗਾ। ਸੋ ਕੈਨੇਡਾ 'ਚ ਵੀ ਕ੍ਰਾਈਮ ਹੋਣਾ ਜ਼ਰੂਰੀ ਹੈਗਾ। ਉਹ ਜੇ ਉਹ ਕੈਨੇਡਾ ਹਾਂਜੀ ਤਾਂ ਮੰਨਿਆ ਜਾਊ, ਇਕੁਇਵਲੈਂਸੀ ਹੈ ਨਾ। ਤੇ ਜੇ ਇੱਕ ਦੂਜਾ ਵਿਦੇਸ਼ੀਆਂ ਲਈ ਲਿਖਿਆ ਹੈ ਕਿ ਜੇ ਉਹ ਮੁਲਕ 'ਚ ਵਿੱਚੋਂ ਉਹ ਕ੍ਰਾਈਮ ਨਹੀਂ ਪਰ ਕੈਨੇਡਾ 'ਚ ਵੀ ਕ੍ਰਾਈਮ ਹੈ, ਉਹ ਤਾਂ ਵੀ ਮੰਨਿਆ ਜਾਊਗਾ। ਸੋ ਇਹ ਸਭ ਤੋਂ ਪਹਿਲਾਂ ਤਾਂ ਇਕੁਇਵਲੈਂਸੀ ਦੇਖਣੀ ਜ਼ਰੂਰੀ ਹੈ ਕਿ ਜਿਹੜਾ ਉਹ ਜੁਰਮ ਹੈਗਾ, ਜਿਹਦੇ ਜੇ ਦੋਸ਼ ਨੇ ਉਹਨਾਂ ਦੇ ਉੱਤੇ, ਤੇ ਉਹ ਕੈਨੇਡਾ 'ਚ ਇਕੁਇਵਲੈਂਸੀ ਹੈ ਉਹਦੀ ਕਿ ਨਹੀਂ, ਤੇ ਦੂਜੀ ਜਿਹੜੀ ਉਹ ਤੋਂ ਬਾਹਰ ਨਿਕਲਣ ਦਾ ਕੀ ਰਸਤਾ ਹੈ, ਉਹ ਤੋਂ ਬਾਅਦ ਇਹ ਵਿਚਾਰਿਆ ਜਾ ਸਕੂ। ਤਾਂ ਮੈਂ ਕਾਲਰ ਨੂੰ ਕਹੂੰਗਾ ਉਹ ਸਾਡੇ ਆਫਿਸ ਕਾਲ ਕਰ ਦੇਣ ਜੀ, ਉਹ ਮੇਰੇ ਨਾਲ ਤੁਹਾਡੀ ਅਪਾਇੰਟਮੈਂਟ ਫਿਕਸ ਕਰ ਦੇਣਗੇ ਐਂਡ ਉਹ ਤੋਂ ਬਾਅਦ ਗੱਲ ਕਰ ਸਕਦੇ ਹਾਂ। ਤੇ ਮੈਂ ਵੀ ਦੱਸਣਾ ਚਾਹੁੰਦਾ ਕਿ ਜਿਹੜਾ 24th ਜਿਹੜੇ ਕ੍ਰਿਸਮਸ ਈਵ ਹੈ, ਉਹਦੇ ਅਸੀਂ ਸਿਰਫ ਹਾਫ ਡੇ ਤੱਕ ਹੀ ਕੰਮ ਕਰਾਂਗੇ, ਉਸ ਤੋਂ ਬਾਅਦ ਫਿਰ 4 ਤਰੀਕ ਤੱਕ ਛੁੱਟੀਆਂ ਹੋਣਗੀਆਂ। ਬਿਲਕੁਲ ਜੀ। ਨੈਕਸਟ ਕਾਲਰ ਸਾਡੇ ਨਾਲ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਸਰ, ਕਿੱਥੋਂ ਬੋਲ ਰਹੇ ਹੋ? ਮੈਂ ਕੈਂਬਰਿਜ ਤੋਂ ਬੋਲਦਾ ਜੀ। ਜੀ ਸਰ, ਤੁਹਾਡੇ ਸਵਾਲ ਸੀਗਾ ਜੀ, ਮੈਂ ਜਿਹੜਾ ਰਿਫਿਊਜੀ ਸਟੇਟਸ ਤੇ ਹੈਗਾ ਵਾ, ਤੇ 3-4 ਮੰਥ ਪਹਿਲਾਂ ਮੇਰੀ ਮੈਰਿਜ ਹੋਈ ਹੈ ਜੀ, ਤੇ ਹੁਣ ਮੈਂ PR ਦੀ ਫਾਈਲ ਅਪਲਾਈ ਕਰਨੀ ਹੈ PR ਲਈ, ਤੇ ਮੇਰਾ ਜਿੱਦਾਂ ਪਾਸਪੋਰਟ ਰਿਫਿਊਜੀ ਵਾਲਿਆਂ ਕੋਲ ਹੈਗਾ ਵਾ ਤੇ ਉਹ ਐਕਸਪਾਇਰ ਵੀ ਹੋ ਚੁੱਕਿਆ। ਮੈਂ ਇੰਡੀਆ ਦੀ ਪੁਲਿਸ ਕਲੀਅਰੈਂਸ ਲੈਣੀ ਹੈ, ਤੇ ਉਹਦਾ ਕੀ ਪ੍ਰੋਸੈਸ ਹੈ? ਆਪਾਂ ਟੀਵੀ ਸਕਰੀਨ ਤੇ ਆਂਸਰ ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸਰ। ਆਪਾਂ ਇਹਨਾਂ ਦਾ ਆਂਸਰ ਦਵਾਂਗੇ ਇੱਕ ਛੋਟੇ ਜਿਹੇ ਇੱਥੇ ਬ੍ਰੇਕ ਲਈ। ਸੋ ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ ਜੀ। ਤੁਹਾਡਾ ਕੋਈ ਸਵਾਲ ਹੈ ਸਾਨੂੰ ਕਾਲ ਕਰ ਸਕਦੇ ਹੋ ਲਾਈਵ ਪ੍ਰੋਗਰਾਮ ਦੇ ਵਿੱਚ, ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਵੇਖ ਯਾਰ ਕਿਹਦੀ ਪਰਫਾਰਮੈਂਸ ਬੈਸਟ ਹੈਗੀ ਹੈ, ਇਹ ਸਾਡੇ ਤੋਂ ਜੱਜ ਨਹੀਂ ਹੋਣਾ। ਗੌਰਵ, ਤਾਂ ਹੀ ਤਾਂ ਇਹਨਾਂ ਨੂੰ ਜੱਜ ਕਰਨ ਵਾਸਤੇ ਸਾਡੇ ਨਾਲ ਹੋਗੇ ਸਾਡੇ ਖਾਸ ਜੱਜਸ ਫਰਮ ਕੈਨੇਡਾ। ਵਾਓ, What are you waiting for? फटाफट अपनी परफॉर्मेंस वीडियो सेंड करो तो सुपरस्टार बन ले, हो जाओ तैयार। Z5 कनाडा पंगड़ा सुपरस्टार बैठ गया तुम्हारा कर दो। ਕੈਨੇਡਾ ਵਿੱਚ ਬੱਲੇ ਬੱਲੇ ਸਭ ਸਾਮਾਨੇ ਕੋ ਛੱਤ ਥੱਲੇ ਪਰ ਪਰ ਗੱਡੀਆਂ ਲੋਕ ਲੈ ਚੱਲੇ, ਪਰ ਗੱਡੀਆਂ ਲੋਕ ਲੈ ਚੱਲੇ। ਏਸ਼ੀਅਨ ਫੂਡ ਸੈਂਟਰ ਵੀ ਬੱਲੇ 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 ਬੱਲੇ। AFC ਘੱਟ ਰੇਟ ਤੇ ਕੁਆਲਿਟੀ ਗ੍ਰੇਟ। ਏਸ਼ੀਅਨ ਫੂਡ ਸੈਂਟਰ, ਕਾਲ ਕਰੋ 416 740 3262। ਬੱਲੇ 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 ਬੱਲੇ। एशियन फूड सेंटर ਅਵਲ ਤੁਹਾਨੂੰ ਟਰੱਕਿੰਗ ਵਿੱਚ ਨਵਾਂ ਕੈਰੀਅਰ ਜਾਂ ਬਿਜ਼ਨਸ ਸ਼ੁਰੂ ਕਰਨ ਵਿੱਚ ਹੈਲਪ ਕਰ ਸਕਦਾ ਹੈ। ट्रकिंग इंडस्ट्री विच हर एक चीज दा हल। अवल दा जबरदस्त डिस्पैच स्पेशलिस्ट कोर्स। अवल ट्रकिंग कंपनियां ਲਈ परमिट, कैरियर बॉन्ड्स ਤੇ ਸਰਟੀਫਿਕੇਸ਼ਨਸ ਲੈ ਕੇ ਦਿੰਦੀ ਹੈ। ਕੈਨੇਡਾ ਤੇ ਅਮਰੀਕਾ ਵਿਚਕਾਰ ਟਰਕਿੰਗ ਵਪਾਰ ਨੂੰ ਸੁਖਾਲਾ ਬਣਾਓ ਅਵਲ ਦੇ ਨਾਲ। ਅਵਲ ਐਕਸਪ੍ਰੈਸ ਤੇ AFM ਸੌਫਟਵੇਅਰ ਟਰਕਿੰਗ ਆਪਰੇਸ਼ਨਸ ਲਈ, ਡਰਾਈਵਰਸ ਤੇ ਡਿਸਪੈਚਰਸ ਲਈ ਅਵਲ ਦੀ ਮੋਬਾਈਲ ਐਪ। ਅਵਲ, take the fast lane. CWC Immigration is one of the largest immigration companies। ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟ। ਸਿਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ। ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਦੇ ਵਿੱਚ। ਤੇ ਅੱਜ CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਨੇ। PR ਕਾਰਡ ਐਕਸਪਾਇਰ ਹੋਣ ਦੇ ਮਾਮਲੇ ਦੇ ਵਿੱਚ ਕਿਵੇਂ ਕੀਤਾ ਜਾਵੇ ਇਸ ਨੂੰ ਰੀਨਿਊ, ਤੇ ਨਾਲ ਦੀ ਨਾਲ ਤੁਹਾਡੇ ਸਵਾਲਾਂ ਦੇ ਵੀ ਜਵਾਬ ਦੇ ਰਹੇ ਨੇ। ਤੁਹਾਡਾ ਕੋਈ ਸਵਾਲ ਹੈ ਲਾਈਵ ਪ੍ਰੋਗਰਾਮ ਵਿੱਚ ਸਾਨੂੰ ਕਾਲ ਕਰ ਸਕਦੇ ਹੋ। ਸਰ, ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਕਾਲਰ ਨੇ ਕਾਲ ਕੀਤੀ ਸੀ ਰਿਫਿਊਜੀ ਸਟੇਟਸ ਬਾਰੇ। ਜੀ ਬਿਲਕੁਲ ਤਰਨ, ਇਹ ਇੱਕ ਆਮ ਮਾਮਲਾ ਹੈਗਾ ਜੀ। ਇਹ ਬਹੁਤ ਸਾਰੇ ਲੋਕ ਇਹਨੂੰ ਫੇਸ ਕਰਦੇ ਨੇ। ਇਕੱਲਾ ਇਹ ਨਹੀਂ ਕਿ ਇਹਨਾਂ ਨੂੰ ਪੁਲਿਸ ਕਲੀਅਰੈਂਸ ਇਸ਼ੂ ਆ ਰਿਹਾ ਹੈ, ਇਹ ਤੋਂ ਬਾਅਦ ਇਹਨਾਂ ਨੂੰ ਪਾਸਪੋਰਟ ਲੈਣ ਦੇ ਵਿੱਚੋਂ ਵੀ ਇਸ਼ੂ ਆਊਗਾ, ਕਿਉਂਕਿ ਸੈਕਸ਼ਨ 72 ਦੀ ਰਿਕੁਆਇਰਮੈਂਟ ਹੈਗੀ ਹੈ ਕਿ ਪਾਸਪੋਰਟ ਹੋਣਾ ਜ਼ਰੂਰੀ ਹੈ ਜਦੋਂ ਤੁਸੀਂ ਲੈਂਡ ਕਰਨਾ ਹੈਗਾ। ਹੁਣ ਇਹਨਾਂ ਦਾ ਪਾਸਪੋਰਟ ਐਕਸਪਾਇਰ ਹੋ ਚੁੱਕਿਆ ਤੇ ਉਹ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਉੱਤੇ ਹੀ ਹੈ, ਕੋਲੇ ਹੈਗਾ, ਤੇ ਜਿਹਨਾਂ ਪਾਸਪੋਰਟ ਨਹੀਂ ਹੈਗਾ ਤੁਹਾਨੂੰ ਪੁਲਿਸ ਕਲੀਅਰੈਂਸ ਵੀ ਨਹੀਂ ਮਿਲੂਗਾ। ਇਹੀ ਸਿਮਿਲਰ ਮਾਮਲੇ ਨੂੰ ਲੈ ਕੇ ਸਾਲ 2009 ਦੇ ਵਿੱਚੋਂ ਫੈਡਰਲ ਕੋਰਟ ਨੇ ਰਖੇਜਾ ਵਰਸਸ ਮਿਨਿਸਟਰ ਕੇਸ ਦੇ ਵਿੱਚੋਂ ਇੱਕ ਬਹੁਤ ਇੰਪੋਰਟੈਂਟ ਲੈਂਡਮਾਰਕ ਡਿਸੀਜਨ ਹੈ ਜਿਹੜਾ ਦਿੱਤਾ ਸੀਗਾ, ਕਿਉਂਕਿ ਸੈਕਸ਼ਨ 72 ਦੀ ਰਿਕੁਆਇਰਮੈਂਟ ਹੈ ਕਿ ਤੁਹਾਡੇ ਕੋਲ ਪਾਸਪੋਰਟ ਹੋਣਾ ਜ਼ਰੂਰੀ ਹੈਗਾ, ਅਦਰਵਾਈਜ਼ ਤੁਸੀਂ ਲੈਂਡ ਨਹੀਂ ਹੋ ਸਕੋਗੇ। ਦੂਜੇ ਪਾਸੇ ਇੰਡੀਅਨ ਗਵਰਨਮੈਂਟ ਦੀ ਇਹ ਪਾਲਿਸੀ ਹੈਗੀ ਹੈ ਕਿ ਜਿਹੜਾ ਕੋਈ ਫੇਲਡ ਰੈਫਿਊਜੀ ਕਲੇਮੈਂਟ ਹੈ ਉਹਨੂੰ ਉਹ ਪਾਸਪੋਰਟ ਨਹੀਂ ਦਿੰਦੇ ਹੈਗੇ। ਉਹ ਟੈਕਨੀਕਲੀ ਇਦਾਂ ਸਮਝਿਆ ਜਾਂਦਾ ਉਹਨੇ ਦੇਸ਼ ਦੇ ਖਿਲਾਫ ਬਗਾਵਤ ਕੀਤੀ ਹੈ ਕਿ ਉਹਨੂੰ ਪਾਸਪੋਰਟ ਨਹੀਂ ਦਿੰਦੇ ਹੈਗੇ। ਉਹ ਇਸ ਦਾਇਰੇ ਦੇ ਵਿੱਚੋਂ ਬਹੁਤ ਸਾਰੇ ਲੋਕ ਫਸ ਜਾਂਦੇ ਸੀ ਕਿ ਜਿੱਥੇ ਕਿ ਪਾਸਪੋਰਟ ਉਹਨਾਂ ਨੂੰ ਮਿਲਦਾ ਨਹੀਂ ਤੇ ਕੈਨੇਡਾ 'ਚ ਉਹ ਜਾ ਨਹੀਂ ਸਕਦੇ ਜਾਂ ਉਹਨਾਂ ਦਾ ਅੱਗੇ ਕੋਈ ਪ੍ਰੋਸੀਜਰ ਹੋ ਨਹੀਂ ਸਕਦਾ ਸੀਗਾ। ਸਾਲ 2004 ਦੇ ਵਿੱਚੋਂ ਮਿਨਿਸਟਰ ਆਫ ਇਮੀਗ੍ਰੇਸ਼ਨ ਨੇ ਇੱਕ ਪਬਲਿਕ ਪਾਲਿਸੀ ਇੰਟਰੋਡਿਊਸ ਕੀਤੀ। ਉਹ ਪਬਲਿਕ ਪਾਲਿਸੀ ਇਹ ਸੀਗੀ ਕਿ ਜਿਹੜੇ ਬਿਨਾਂ ਸਟੇਟਸ ਵਾਲੇ ਲੋਕ ਨੇ ਉਹ ਵੀ ਵਿਆਹ ਦਾ ਕੇਸ ਕੈਨੇਡਾ ਦੇ ਵਿੱਚੋਂ ਲਗਾ ਸਕਦੇ ਨੇ। ਹੁਣ ਇਹ ਪਬਲਿਕ ਪਾਲਿਸੀ ਦੇ ਹਿਸਾਬ ਨਾਲ ਕੇਸ ਤਾਂ ਉਹ ਲਾ ਸਕਦੇ ਨੇ, ਪਰ ਬਾਕੀ ਰਿਕੁਆਇਰਮੈਂਟ ਉਹ ਕਿਵੇਂ ਪੂਰੀਆਂ ਕਰਨ। ਸੋ ਜਿਹੜਾ ਫੈਡਰਲ ਕੋਰਟ ਦੇ ਵਿੱਚੋਂ ਕੇਸ ਸੀ ਉਹ ਇਹੀ ਕੇਸ ਸੀ ਕਿ ਜਿੱਥੇ ਇਮੀਗ੍ਰੇਸ਼ਨ ਮਹਿਕਮੇ ਨੇ ਉਹਦਾ ਕੇਸ ਇਹ ਕਹਿ ਕੇ ਰਿਫਿਊਜ਼ ਕਰਤਾ ਕਿ ਤੇਰਾ ਪਾਸਪੋਰਟ ਨਹੀਂ ਹੈਗਾ, ਇਸ ਕਰਕੇ ਤੈਨੂੰ ਲੈਂਡ ਨਹੀਂ ਕਰਾਇਆ ਜਾ ਸਕਦਾ। ਉਸ ਇੰਡੀਵਿਜੂਅਲ ਦੀ ਇਹ ਪਲੀ ਸੀਗੀ ਕਿ ਪਾਸਪੋਰਟ ਮੈਂ ਆਪਣੇ ਘਰੋਂ ਤਾਂ ਲੈ ਕੇ ਨਹੀਂ ਆਉਣਾ, ਮੈਂ ਹਿੰਦੁਸਤਾਨ ਦੀ ਸਰਕਾਰ ਨੂੰ ਕਿਹਾ ਮੈਨੂੰ ਪਾਸਪੋਰਟ ਦੇ ਤੇ ਉਹਨਾਂ ਨੇ ਮੈਨੂੰ ਪਾਸਪੋਰਟ ਦੇਣ ਤੋਂ ਡਿਨਾਈ ਕਰਤਾ, ਮੈਨੂੰ ਮਨਾ ਕਰਤਾ, ਪੁਲਿਸ ਕਲੀਅਰੈਂਸ ਦੇਣ ਤੋਂ ਮੈਨੂੰ ਮਨਾ ਕਰਤਾ। ਸੋ ਉੱਥੇ ਜੱਜ ਨੇ ਗੱਲ ਆਖੀ ਕਿ ਇਹ ਡਾਕੂਮੈਂਟ ਹੈਗਾ ਜਿਹੜਾ ਇਹ ਆਪਦੇ ਕੋਲੋਂ ਤਾਂ ਪ੍ਰੋਡਿਊਸ ਨਹੀਂ ਕਰ ਸਕਦਾ, ਇਹ ਕਿਸੇ ਥਰਡ ਪਾਰਟੀ ਨੇ ਉਹਨੂੰ ਦੇਣਾ ਹੈਗਾ ਤੇ ਥਰਡ ਪਾਰਟੀ ਉਹਨੂੰ ਇਹ ਡਿਨਾਈ ਕਰ ਸਕਦੀ ਹੈ। ਸੋ ਫਿਰ ਇਹਨੂੰ ਇਸ ਬੰਦੇ ਦਾ ਕਸੂਰ ਨਾ ਮੰਨਿਆ ਜਾਵੇ। ਸੋ ਉੱਥੇ ਦੋ ਸਰਕਮਸਟੈਂਸਸ ਹੈ ਜਿਹੜੀਆਂ ਜੱਜ ਨੇ ਸਾਹਮਣੇ ਲਿਆਂਦੀਆਂ। ਇੱਕ ਇਹ ਸਰਕਮਸਟੈਂਸ ਹੈਗੀ ਹੈ ਕਿ ਜੇ ਤੁਹਾਡਾ ਪਾਸਪੋਰਟ
ਤੁਹਾਡੇ ਵਿਆਹ ਦਾ ਕੇਸ ਲਾਉਣ ਤੋਂ ਪਹਿਲਾਂ ਵੈਲਿਡ ਸੀ ਪਰ ਉਹ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਕੋਲੇ ਸੀਗੇ ਤਾਂ ਇਮੀਗ੍ਰੇਸ਼ਨ ਮਹਿਕਮੇ ਨੂੰ ਇਹ ਚਾਹੀਦਾ ਸੀ ਕਿ ਉਹ ਤੋਂ ਪਹਿਲਾਂ ਫੈਸਲਾ ਕਰ ਦੇ ਤਾਂ ਕਿ ਪਾਸਪੋਰਟ ਵੈਲਿਡ ਸੀ ਤਾਂ ਫਿਰ ਇਹਦਾ ਤੁਹਾਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ। ਦੂਜੇ ਪਾਸੇ ਜਿਵੇਂ ਇਹ ਕਾਲਰ ਦੀ ਪਾਰਟਿਕੂਲਰ ਸਿਚੁਏਸ਼ਨ ਹੈ ਜਿੱਥੇ ਕਿ ਉਹਨਾਂ ਨੇ ਪਾਸਪੋਰਟ ਕੈਨੇਡਾ ਬਾਰਡਰ ਸਰਵਿਸਿਜ਼ ਕੋਲੇ ਹੈ ਪਰ ਉਹ ਐਕਸਪਾਇਰ ਹੋ ਚੁੱਕਿਆ ਹੈ ਸੋ ਫਿਰ ਕੈਨੇਡਾ ਬਾਰਡਰ ਸਰਵਿਸਿਜ਼ ਨੂੰ ਇਹਦੇ ਲਈ ਰਿਸਪੌਂਸਿਬਲ ਨਹੀਂ ਮੰਨਿਆ ਜਾ ਸਕਦਾ। ਉਹ ਕੇਸ ਦੇ ਵਿੱਚੋਂ ਜੱਜ ਨੇ ਆਖਿਆ ਕਿ ਜੇ ਸੈਕਸ਼ਨ 25 ਦੇ ਥੱਲੇ ਬੰਦਾ ਅਰਜ਼ੀ ਲਾਉਂਦਾ ਹੈ ਤੇ ਆਪਣੀਆਂ ਸਰਕਮਸਟੈਂਸਸ ਨੂੰ ਦੱਸਦਾ ਤਾਂ ਇਸ ਚੀਜ਼ਾਂ ਤੋਂ ਉਹਨੂੰ ਛੋਟ ਹੈ ਜਿਹੜੀ ਦਿੱਤੀ ਜਾਵੇ। ਮੈਂ ਹੁਣ ਤੱਕ ਹੰਡਰਡਸ ਇਹੋ ਜਿਹੇ ਕੇਸ ਨੇ ਜਿਹੜੇ ਫੇਲਡ ਰੈਫਿਊਜੀ ਕਲੇਮੈਂਟਸ ਜਿੱਥੇ ਉਹਨਾਂ ਨੇ ਵਿਆਹ ਦਾ ਕੇਸ ਲਾਇਆ ਜਿੱਥੇ ਉਹਨਾਂ ਤੋਂ ਪਾਸਪੋਰਟ ਮੰਗਿਆ ਗਿਆ ਬਿਨਾਂ ਪਾਸਪੋਰਟ ਤੋਂ ਉਹਨਾਂ ਨੂੰ ਲੈਂਡ ਕਰਾਇਆ ਅਰਜ਼ੀ ਕਰਕੇ ਪੁਲਿਸ ਕਲੀਅਰੈਂਸ ਦੀ ਰਿਕੁਆਇਰਮੈਂਟ ਤੋਂ ਉਹਨਾਂ ਨੂੰ ਛੋਟ ਦਵਾਈ ਹੈ ਕਿਉਂਕਿ ਉਹਨੂੰ ਨਹੀਂ ਮਿਲ ਸਕਦੇ। तो मैं कॉलर ਨੂੰ ਕਹੂੰਗਾ ਕਿ ਉਹ ਆਪਦਾ ਜਦੋਂ ਵਿਆਹ ਦਾ ਕੇਸ ਉਹਨਾਂ ਨੇ ਲਾਉਣਾ ਉਹ ਸਾਡੇ ਨਾਲ ਜ਼ਰੂਰ ਕੰਟੈਕਟ ਕਰਨ ਜੀ। तो ਇਹ ਫਿਕਰ ਨਾ ਕਰਨ ਕਿ ਉਹਨਾਂ ਨੂੰ ਪੁਲਿਸ ਕਲੀਅਰੈਂਸ ਨਹੀਂ ਮਿਲ ਰਹੀ ਉਹ ਤੋਂ ਬਿਨਾਂ ਵੀ ਉਹ ਲੈਂਡ ਹੋ ਸਕਦੇ ਨੇ ਉਹਨਾਂ ਦਾ ਪਾਸਪੋਰਟ ਐਕਸਪਾਇਰ ਹੋ ਚੁੱਕਿਆ ਉਹ ਬਿਨਾਂ ਪਾਸਪੋਰਟ ਦੇ ਵੀ ਜਿਹੜਾ ਲੈਂਡ ਹੋ ਸਕਦੇ ਆ ਪਰ ਇਹ ਤੁਹਾਨੂੰ ਇੱਕ ਕੰਪੀਟੈਂਟ ਕਾਉਂਸਲ ਨੂੰ ਹਾਇਰ ਕਰਨਾ ਪਊਗਾ ਜਿਹੜਾ ਕਿ ਤੁਹਾਨੂੰ ਇਸ ਸਹੀ ਰਸਤਾ ਜਿਹੜਾ ਸੇਧ ਦੇ ਸਕਦਾ ਹੈਗਾ। ਦੂਜਾ ਮੇਰਾ ਇਹ ਰਿਕੁਐਸਟ ਹੈਗਾ कई लोग इलीगल मीन्स यूज करते ने जिथे कोई फ्रॉडुलेंट पासपोर्ट बना लेंदे है या हो कई बारी पुलिस क्लीयरेंस फॉर फ्रॉडुलेंट बनाते हैं जो वो सिचुएशन सामने आ जाए तो तुसी सजा भी थोनू लॉन्ग टर्म जेल भी हो सकती है। तो जे थोनू कानून हक दिंदा है कि तुसी बिना पासपोर्ट दे बिना पुलिस क्लीयरेंस दे भी लैंड हो सकते हो तो कानूनी राह अपनाओ जी। जी बिल्कुल एक दर्शक होर जुड़ गए ने साडे नाल। हेलो हेलो सत श्री अकाल जी। सत श्री अकाल जी कित्थों बोल रहे जी? हाँ जी मैं ना एक्सटेंशन कराई सी जॉब च जी ते अगे भी मैनू मिल गए सी 4 महीने बाद मैं सुपरविजन ते हां जी ते हुण ओहदा कोई आंसर ही नहीं आया। अगस्त विच मेरा एक्सपायर हो रहा सी एक्सटेंशन दा हाले तक कोई जवाब नहीं आया। तो तुसी ऑनलाइन अर्जी कीता सी जी? हाँ जी नहीं ओ बेटी ने करवाया सी इथों। हाँ जी ऑनलाइन कीता सी या कागज वाली अर्जी भेजी गई सी? नहीं नहीं ऑनलाइन नहीं किसी एजेंट को कराया सी जिद्दां तुसी हो। हाँ जी सो ये मेरे सवाल का जवाब नहीं है। नहीं मतलब कि ਉਹਨਾਂ ਨੇ ਕਿਸ ਤਰੀਕੇ ਨਾਲ ਕੀਤਾ ਸੀ ਉਹਨਾਂ ਨੇ ਕਾਗਜ਼ੀ ਤੌਰ ਤੇ ਭੇਜੇ ਸੀ ਜਾਂ ਫਿਰ ਉਹਨਾਂ ਨੇ ਆਨਲਾਈਨ ਕੀਤਾ ਸੀਗਾ ਕੰਮ ਤੁਹਾਡਾ ਕੋਈ ਜਾਣਕਾਰੀ ਹੈ ਤੁਹਾਨੂੰ? ਮੈਨੂੰ ਲੱਗਦਾ ਆਨਲਾਈਨ ਕੀਤਾ ਸੀ ਅੱਗੇ ਘਰ ਵੀ ਲੈਟਰ ਆ ਗਏ ਸੀ ਹੁਣ ਕੋਈ ਆਨਸਰ ਨਹੀਂ ਆਇਆ ਤੇ ਮੈਂ ਰਹਿ ਰਹੀ ਹਾਂ ਲਈ। ਜੀ ਬਿਲਕੁਲ। हाँ जी सो जो ऑनलाइन कीता सी ਤੁਹਾਨੂੰ ਐਕਨੋਲਜਮੈਂਟ ਰਾਈਟ ਅਵੇ ਆ ਗਿਆ ਹੋਣਾ ਜੀ ਨਾਲ ਦੀ ਨਾਲ। तो जो ਐਕਨੋਲਜਮੈਂਟ ਦੀ ਚਿੱਠੀ ਆ ਚੁੱਕੀ ਹੈ ਸੋ ਤੁਹਾਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਹੈ ਤੁਸੀਂ ਇੱਥੇ ਰਹਿ ਸਕਦੇ ਹੋ ਜਦੋਂ ਤੱਕ ਉਹਦਾ ਫੈਸਲਾ ਨਹੀਂ ਹੋ ਜਾਂਦਾ। ਪਰ ਜੇ ਐਕਨੋਲਜਮੈਂਟ ਨਹੀਂ ਹੈ ਫਾਈਲ ਨੰਬਰ ਆ ਗਿਆ ਸੀ ਫਾਈਲ ਨੰਬਰ ਸੌਰੀ ਫਾਈਲ ਨੰਬਰ ਬਾਕੀ ਦਾ ਆਨਸਰ ਤੁਸੀਂ ਟੀਵੀ ਸਕਰੀਨ ਤੇ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਜੀ ਸਰ। हाँ जी सो जो फाइल नंबर आ चुका हैगा तो फिर ਤੁਹਾਨੂੰ ਵਰੀ ਕਰਨ ਦੀ ਕੋਈ ਜ਼ਰੂਰਤ ਨਹੀਂ ਬੇਫਿਕਰੀ ਨਾਲ ਤੁਸੀਂ ਰਹਿ ਸਕਦੇ ਹੋ ਤੁਹਾਨੂੰ ਰਹਿਣ ਦੀ ਇਜਾਜ਼ਤ ਹੈਗੀ ਹੈ ਕਿਉਂਕਿ ਇਸ ਵੇਲੇ ਜਿਹੜਾ ਤੁਹਾਡਾ ਸਟੇਟਸ ਹੈਗਾ ਉਹ ਇੰਪਲਾਈਡ ਹੈਗਾ। ਇੰਪਲਾਈਡ ਦਾ ਮਤਲਬ ਹੈਗਾ ਸਟੇਟਸ ਕੋ ਜੋ ਅਰਜ਼ੀ ਲਾਉਣ ਤੋਂ ਪਹਿਲਾਂ ਤੁਹਾਡਾ ਸਟੇਟਸ ਸੀ ਉਹ ਉਦੋਂ ਤੱਕ ਬਰਕਰਾਰ ਰਹੂਗਾ ਜਦੋਂ ਤੱਕ ਅਰਜ਼ੀ ਤੇ ਫੈਸਲਾ ਨਹੀਂ ਹੋ ਜਾਂਦਾ। ਜੀ ਨੈਕਸਟ ਕਾਲਰ ਜੁੜ ਗਏ ਨੇ। ਹੈਲੋ ਹੈਲੋ ਜੀ ਮੈਂ ਕਾਲਰ ਨੂੰ ਕਵਾਂਗੀ ਜੀ ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮੈਂ ਗੁਰਨਾਮ ਸਿੰਘ ਬੋਲਦਾ ਸਕੈਚਵੈਨ ਤੋਂ ਰਜਾਈਨਾ ਤੋਂ। ਜੀ ਸਰ ਤੇ ਮੈਂ ਗੁਰਪ੍ਰੀਤ ਖੜਾ ਨਾਲ ਗੱਲ ਕਰਨੀ ਚਾਹੁੰਦਾ ਆਪਣਾ ਜੀ ਬਿਲਕੁਲ ਸਰ ਬਿਲਕੁਲ ਸਾਡੇ ਨਾਲ ਮੌਜੂਦ ਨੇ ਤੁਸੀਂ ਦੱਸੋ ਜੀ ਕੀ ਸਵਾਲ ਹੈ ਤੁਹਾਡਾ? ਹੈਲੋ ਹਾਂਜੀ ਸਰ ਆਪਣਾ ਸਵਾਲ ਰੱਖੋ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਸਰ ਮੇਰਾ ਸਵਾਲ ਇਹ ਹੈ ਕਿ ਮੈਂ ਆਪਣੀ ਵਿਦ ਫੈਮਿਲੀ ਦੇ ਨਾਲ ਰਹਿ ਰਿਹਾ ਇੱਥੇ ਸਕੈਚਵੈਨ ਰਜਾਈਨਾ ਦੇ ਵਿੱਚ ਅੱਜ ਤੋਂ ਲੋਕਲ ਕੋਈ 2018 ਚ ਮੈਂ ਈਅਰ ਅਪਲਾਈ ਕੀਤੀ ਸੀਗਾ ਜੀ ਤੇ ਉਸ ਦੇ ਵਿੱਚ ਅਪਲਾਈ ਕਰਨ ਤੋਂ ਬਾਅਦ 2018 ਚ ਅਪਲਾਈ ਕਰਨ ਤੋਂ ਬਾਅਦ ਮੈਂ ਕੀ ਕੀਤਾ ਹੈਗਾ ਕਿ ਮੈਨੂੰ ਜਨਵਰੀ ਫਰਵਰੀ ਦੇ ਵਿੱਚ ਨਵੰਬਰ ਚ ਮੈਂ 2018 ਦੇ ਵਿੱਚ ਅਪਲਾਈ ਕਰਦਾ ਤੇ ਮੈਂ ਨਵੰਬਰ ਦੇ ਵਿੱਚ ਜਨਵਰੀ ਫਰਵਰੀ ਚ ਪੀਆਰ ਨੰਬਰ ਮਿਲ ਜਾਂਦਾ। ਉਸ ਤੋਂ ਬਾਅਦ ਮੇਰੇ ਉਹ ਜੋ ਵੀ ਡਾਕੂਮੈਂਟ ਚਾਹੀਦੇ ਸੀਗੇ ਉਹਨਾਂ ਨੂੰ ਮੈਂ PCC ਵਗੈਰਾ ਜਾਂ ਜੋ ਵੀ ਮੈਡੀਕਲ ਉਹਨਾਂ ਮੰਗਿਆ ਮੈਂ ਉਹਨਾਂ ਨੂੰ ਪ੍ਰੋਵਾਈਡ ਕੀਤਾ ਬਟ ਉਹ ਮੈਨੂੰ 2 ਸਾਲ ਤੋਂ ਉੱਪਰ ਹੋ ਗਿਆ ਪਰ ਇਸ ਦਾ ਕੋਈ ਮੈਨੂੰ ਅਪਡੇਟ ਨਹੀਂ ਦੇ ਰਹੀ। ਇੱਕ ਅਪਡੇਟ ਮੈਨੂੰ ਦਿੱਤੀ ਨਾ 2019 ਦੇ ਵਿੱਚ ਮੇਰੀ ਮੈਡੀਕਲ ਮੰਗ ਲਿਆ ਉਸ ਤੋਂ ਬਾਅਦ ਕੋਈ ਅਪਡੇਟ ਨਹੀਂ 2020 ਦੇ ਵਿੱਚ ਕੋਈ ਅਪਡੇਟ ਨਹੀਂ ਹੁਣ ਨਾ 2020 ਦੇ ਵਿੱਚ ਇੱਕ ਵਾਰ ਫਿਰ ਦੇਖੋ ਅਗਸਤ ਵਿੱਚ ਆਣ ਕੇ ਮੇਰੇ ਕੋਲ ਉਹਨਾਂ ਨੇ ਮੇਰੀ ਬੈਕਗਰਾਊਂਡ ਹਿਸਟਰੀ ਮੰਗ ਲਈ ਅਗਸਤ ਵਿੱਚ ਮੈਂ ਉਹ ਵੀ ਪ੍ਰੋਵਾਈਡ ਕਰ ਦਿੱਤੀ ਉਸ ਤੋਂ ਬਾਅਦ ਫਿਰ ਕੋਈ ਅਪਡੇਟ ਨਹੀਂ ਮੈਨੂੰ ਦਿੱਤੀ ਉਹਨਾਂ ਨੇ। ਇਹਦੇ ਵਿੱਚ ਆਪਾਂ ਕੁਝ
ਕਰ ਸਕਦੇ ਹਾਂ ਕਿ ਜਾਂ ਵੇਟ ਹੀ ਕਰ ਸਕਦੇ ਹਾਂ, ਜਾਂ ਤੁਸੀਂ ਕੁਛ ਇਹਦੇ ਵਿੱਚ ਕਰ ਸਕਦੇ ਹੈਗੇ ਜੀ? ਬਿਲਕੁਲ ਕਰ ਸਕਦੇ ਹਾਂ ਜੀ। ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ ਕਾਨੂੰਨ ਹੈਗਾ, ਉਹਦੇ ਤਹਿਤ ਪਟੀਸ਼ਨ ਕੀਤੀ ਜਾ ਸਕਦੀ ਹੈ ਤੇ ਫਿਰ ਉਹ ਪੂਰੀ ਫਾਈਲ ਦੀ ਕਾਪੀ ਇਮੀਗ੍ਰੇਸ਼ਨ ਮਹਿਕਮਾ ਪ੍ਰੋਵਾਈਡ ਕਰ ਦੂਗਾ। ਜਦੋਂ ਕਾਪੀ ਆ ਜਾਊਗੀ, ਮੰਗਾਈ ਹੈ ਹਾਂਜੀ ਉਹ ਵੀ ਅਸੀਂ ਮੰਗਾਈ ਸੀਗਾ, ਉਹਦੇ ਵਿੱਚ ਉਹਨਾਂ ਨੇ ਦੱਸ ਦਿੱਤਾ ਕਿ ਤੁਹਾਡੀ ਇਹ ਤਾਂ ਫਾਈਲ ਮਿਲੇ ਤਾਂ ਤੁਸੀਂ ਆਹ ਸਾ ਡਾਕੂਮੈਂਟ ਦਿੱਤੇ, ਪਰ ਉਹ ਕੀ ਕਾਰਨ ਹੈ, ਕਿਉਂ ਡਿਲੇ ਹੋ ਰਿਹਾ ਇਹਦੇ ਪਰ ਕੁਝ ਜਾਣਕਾਰੀ ਨਹੀਂ ਦਿੱਤੀ ਸਾਨੂੰ ਉਹਨਾਂ ਨੇ। ਹਾਂਜੀ, ਉਹ ਕਿਉਂਕਿ ਮੈਂ ਪੜ੍ਹਿਆ ਨਹੀਂ ਹੈਗਾ ਇਸ ਲਈ ਮੈਂ ਉਹਦੇ ਬਾਰੇ ਨਹੀਂ ਦੱਸ ਸਕਦਾ। ਉਹਨੂੰ ਪੜ੍ਹਨ ਲਈ ਖਾਸ ਮੁਹਾਰਤ ਦੀ ਜ਼ਰੂਰਤ ਹੈਗੀ ਹੈ ਜੀ। ਜੀ, ਬਾਕੀ ਦਾ ਆਨਸਰ ਤੁਸੀਂ ਟੀਵੀ ਸਕਰੀਨ ਤੇ ਸੁਣ ਸਕਦੇ ਹੋ ਜੀ। ਸ਼ੁਕਰੀਆ ਕਾਲ ਕਰਨ ਲਈ ਜੀ ਸਰ। ਤੇ ਉਹ ਵੱਖੋ ਵੱਖਰੇ ਟਾਈਮ ਤੇ ਹੋ ਜਾਂਦਾ ਇਸ ਜੇ ਤੁਸੀਂ ਇਕੱਲੇ ਨੋਟਸ ਮੰਗਾਏ ਹੈਗੇ ਆ, ਇਕੱਲੇ ਨੋਟਸ ਤਾਂ ਸਿਰਫ ਕਹਾਣੀ ਦੱਸਦੇ ਨੇ ਐਂਟਰ ਕਰਨ ਵਾਲੇ ਦੀ, ਉਹ ਇਨਫ ਨਹੀਂ ਹੈਗਾ। ਆਪਾਂ ਨੂੰ ਚਾਹੀਦੀ ਹੈ ਪੂਰੀ ਫਾਈਲ ਦੀ ਕਾਪੀ। ਤੋ ਜੋ ਨੇ ਰਿਟਨ ਪੈਨ ਨਾ ਕੋਈ ਰਿਟਨ ਨੋਟ ਹੈਗਾ, ਕੋਈ ਵਿੱਚੋਂ ਸਟਿਕੀ ਨੋਟ ਲਾਇਆ ਹੈਗਾ, ਉਹ ਸਾਰੀਆਂ ਚੀਜ਼ਾਂ ਨੂੰ ਹੀ ਜਾਣ ਕੇ ਤੇ ਫਿਰ ਅੱਗੇ ਕੀਤਾ ਜਾ ਸਕਦਾ ਹੈ। ਜੇ ਉਹ ਤੋਂ ਇਨਫੋਰਮੇਸ਼ਨ ਨੂੰ ਵਾਈਟ ਆਊਟ ਕੀਤਾ ਗਿਆ, ਪੂਰੀ ਇਨਫੋਰਮੇਸ਼ਨ ਨੂੰ ਨਹੀਂ ਡਿਸਕਲੋਜ਼ ਕੀਤਾ ਗਿਆ, ਉਹ ਸੈਕਸ਼ਨ 16 ਤੇ ਸੈਕਸ਼ਨ 19 ਦੇ ਥੱਲੇ ਕੀਤਾ ਜਾ ਸਕਦਾ ਹੈ। ਉਹਨੂੰ ਫਰਦਰ ਸ਼ਿਕਾਇਤ ਕੀਤੀ ਜਾ ਸਕਦੀ ਹੈਗੀ ਆ ਪ੍ਰਾਈਵੇਸੀ ਕਮਿਸ਼ਨਰ ਨੂੰ, ਤਾਂ ਕਿ ਉਹ ਇਨਫੋਰਮੇਸ਼ਨ ਨੂੰ ਵੀ ਰਿਲੀਜ਼ ਕੀਤਾ ਜਾਵੇ ਜਾਂ ਕਾਰਨ ਪ੍ਰੋਡਿਊਸ ਕੀਤਾ ਜਾਵੇ ਕਿ ਉਹ ਰਿਲੀਜ਼ ਕਿਉਂ ਨਹੀਂ ਕੀਤੀ ਜਾ ਰਹੀ ਹੈਗੀ ਹੈ। ਤਾਂ ਉਹ ਤੋਂ ਅੱਗੇ ਵੀ ਕਾਰਵਾਈ ਕਰਨ ਦੀ ਜ਼ਰੂਰਤ ਹੈ। ਇਕੱਲਾ ਹੀ ਨਹੀਂ ਕਿ ਨੋਟਸ ਆ ਗਏ, ਨੋਟਸ ਪੜ੍ਹ ਲਏ ਤੇ ਉਹ ਤਾਂ ਦੂਜੇ ਦੀ ਕਹਾਣੀ ਹੈਗੀ ਹੈ ਜੋ ਉਹਨੇ ਦੱਸਦੀ ਹੈ, ਪਰ ਆਪਾਂ ਨੂੰ ਆਪਣੀ ਪੂਰੀ ਕਾਰਵਾਈ ਲੈਣ ਲਈ ਆਪਾਂ ਹੱਕਦਾਰ ਹੈਗੇ ਆ ਕਿ ਆਪਾਂ ਨੂੰ ਸਾਰੀ ਦੀ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਵੇ, ਨਾ ਕਿ ਸਿਰਫ ਨੋਟਸ। ਜੀ ਬਿਲਕੁਲ। ਤੇ ਸਰ ਇੱਕ ਦਰਸ਼ਕ ਸਾਨੂੰ ਫੇਸਬੁੱਕ ਤੇ ਕੁਐਸਚਨ ਪੁੱਟ ਕਰ ਰਹੇ ਨੇ ਕਿ ਓਨਟਾਰੀਓ ਵਿੱਚ ਲਾਕਡਾਊਨ ਦੇ ਦੌਰਾਨ ਕੀ ਵਰਕ ਪਰਮਿਟ ਲਈ ਅਪਲਾਈ ਕੀਤਾ ਜਾ ਸਕਦਾ ਹੈ? ਓਨਟਾਰੀਓ ਸਿਮਿਲਰ ਸਿਚੁਏਸ਼ਨ ਹੈ ਜਿਵੇਂ ਬਾਕੀ ਕੈਨੇਡਾ ਹੈਗਾ। ਸੋ ਵਰਕ ਪਰਮਿਟ ਓਨਟਾਰੀਓ ਸਰਕਾਰ ਨੇ ਨਹੀਂ ਦੇਣਾ ਹੈਗਾ ਜੀ। ਵਰਕ ਪਰਮਿਟ ਹੈ ਉਹ ਫੈਡਰਲ ਸਰਕਾਰ ਨੇ ਦੇਣਾ ਹੈਗਾ। ਸ਼ਾਇਦ ਉਹ ਆਪਣੇ ਕੁਐਸਚਨ ਨੂੰ ਸਹੀ ਤਰ੍ਹਾਂ ਐਕਸਪਲੇਨ ਨਹੀਂ ਕਰ ਪਾਏ। ਜੀ ਬਿਲਕੁਲ। ਤੇ ਸਰ ਆਪਾਂ ਪੀਆਰ ਕਾਰਡ ਦੇ ਬਾਰੇ ਵਿੱਚ ਗੱਲ ਕਰ ਰਹੇ ਸੀ, ਸਮਾਂ ਵੀ ਬਹੁਤ ਘੱਟ ਰਹਿ ਗਿਆ ਜਿਨ੍ਹਾਂ ਦੇ ਇਸ ਵਕਤ ਐਕਸਪਾਇਰ ਹੋ ਰਹੇ ਨੇ। ਜੀ ਬਿਲਕੁਲ। ਸੋ ਜਿਹੜੀ ਆਬਲੀਗੇਸ਼ਨ ਦੀ ਆਪਾਂ ਗੱਲ ਕਰ ਰਹੇ ਸੀ 730 ਦਿਨ ਰਹਿਣਾ ਹੈਗਾ। ਤੇ ਦੂਜਾ, ਜੇ ਕੋਈ ਕੈਨੇਡੀਅਨ ਸਿਟੀਜ਼ਨ ਹੈਗਾ ਤੇ ਉਹ ਆਪਣੇ ਸਪਾਊਸ ਨਾਲ ਕੈਨੇਡਾ ਤੋਂ ਬਾਹਰ ਰਹਿ ਰਿਹਾ ਤਾਂ ਉਹ ਸਪਾਊਸ ਦੇ ਦਿਨ ਵੀ ਵਿਦਨ ਕੈਨੇਡਾ ਗਿਣੇ ਜਾਣਗੇ, ਚਾਹੇ ਸਾਰੀ ਉਮਰ ਬਾਹਰ ਰਹੀ ਜਾਵੇ। ਕੋਈ ਕੈਨੇਡੀਅਨ ਪਰਮਨੈਂਟ ਰੈਜ਼ੀਡੈਂਟ ਹੈ ਜਿਹੜਾ ਕਿ ਕੈਨੇਡੀਅਨ ਕੰਪਨੀ ਲਈ ਕੰਮ ਕਰਦਾ ਪਰ ਉਹਦੀ ਤਨਖਾਹ ਕੈਨੇਡਾ ਦੇ ਵਿੱਚੋਂ ਦਿੱਤੀ ਜਾਂਦੀ ਆ, ਉਹਦੇ ਵੀ ਦਿਨ ਵਿਦਨ ਕੈਨੇਡਾ ਗਿਣੇ ਜਾਣਗੇ। ਉਸ ਪਰਮਨੈਂਟ ਰੈਜ਼ੀਡੈਂਸ ਦਾ ਸਪਾਊਸ ਹੈ ਜਿਹੜਾ ਕਿ ਕੈਨੇਡੀਅਨ ਕੰਪਨੀ ਲਈ ਕੰਮ ਕਰਦਾ ਪਰ ਉਹਨੂੰ ਤਨਖਾਹ ਕੈਨੇਡਾ 'ਚ ਮਿਲਦੀ ਹੈ, ਉਹਦੇ ਦਿਨ ਵੀ ਕੈਨੇਡਾ 'ਚ ਗਿਣੇ ਜਾਣਗੇ। ਇਹਦੇ ਨਾਲ ਨਾਲ ਚੌਥਾ ਹਿਊਮੈਨਿਟੇਰੀਅਨ ਕੰਪੈਸ਼ਨੇਟ ਗਰਾਊਂਡਸ ਹੈਗਾ ਕਿ ਜਿੱਥੇ ਇਹੀ ਜੀ ਕੋਈ ਸਥਿਤੀ ਹੋਈ ਜਿਹੜੀ ਤੁਹਾਡੇ ਬਸੋਂ ਬਾਹਰ ਹੈਗੀ ਹੈ ਜਿਹਦੇ ਕਰਕੇ ਤੁਸੀਂ ਦਿਨ ਪੂਰੇ ਨਹੀਂ ਕਰ ਪਾਏ। ਤੁਸੀਂ ਇੰਡੀਆ ਚਲੇ ਗਏ, ਉੱਥੇ ਜਾ ਕੇ ਤੁਹਾਡੇ ਤੇ ਕੋਈ ਕ੍ਰਿਮੀਨਲ ਮਾਮਲਾ ਦਰਜ ਹੋ ਗਿਆ ਤੇ ਕੋਰਟ ਨੇ ਤੁਹਾਡੇ ਪਾਸਪੋਰਟ ਉੱਥੇ ਰਖਾ ਲਿਆ। ਜੇ ਤੁਹਾਡੇ ਕੋਲ ਪਾਸਪੋਰਟ ਨਹੀਂ ਤੁਸੀਂ ਕਿਵੇਂ ਟਰੈਵਲ ਕਰੋਗੇ ਜੀ? ਉਹ ਤੁਹਾਡੀ ਸਥਿਤੀ ਬਸੋਂ ਬਾਹਰ ਹੈਗੀ ਹੈ, ਤੁਹਾਡੇ ਸੱਟ ਵੱਜ ਗਈ ਕੋਈ, ਤੁਸੀਂ ਟਰੈਵਲ ਨਹੀਂ ਕਰ ਸਕਦੇ, ਲੰਬਾ ਸਮਾਂ ਤੁਸੀਂ ਰਹੇ, ਤੁਹਾਡਾ ਕੋਈ ਪਰਿਵਾਰਕ ਮੈਂਬਰ ਹੈ ਜਿਹੜਾ ਉਹ ਬਿਮਾਰ ਹੋ ਗਿਆ ਤੇ ਤੁਹਾਡੇ ਤੋਂ ਬਿਨਾਂ ਕੋਈ ਸੇਵਾ ਕਰਨ ਨੂੰ ਉੱਥੇ ਨਹੀਂ ਰਿਹਾ, ਤੁਹਾਡੇ ਮਾਂ ਪਿਓ ਸੀ ਜਾਂ ਕੋਈ ਹੋਰ ਸੀਗਾ, ਤੇ ਫਿਰ ਤੁਸੀਂ ਕਿਵੇਂ ਰਹਿ ਸਕਦੇ ਹੋ? ਸਥਿਤੀ ਤੁਹਾਡੇ ਵਸੋਂ ਬਾਹਰ ਹੈਗੀ ਹੈ। ਇਹਦੇ ਨਾਲ ਨਾਲ ਤੁਸੀਂ ਕੋਈ ਜ਼ਮੀਨ ਜਾਇਦਾਦ ਦਾ ਝਗੜਾ ਸੀ ਜਿਹਦੇ ਲਈ ਤੁਹਾਨੂੰ ਰੈਗੂਲਰਲੀ ਕਾਨੂੰਨੀ ਚਾਰਾਜੋਈ ਕਰਨੀ ਪੈ ਰਹੀ ਸੀ, ਐਵਰੀਡੇ ਬੇਸਿਸ ਤੇ ਕੋਰਟ ਜਾਣਾ ਪੈ ਰਿਹਾ ਸੀ, ਤਾਂ ਤੁਸੀਂ ਰੋਜ਼ ਕੈਨੇਡਾ ਤੋਂ ਟਰੈਵਲ ਕਰਕੇ ਇੰਡੀਆ ਕੋਰਟ ਡੇਟ ਅਟੈਂਡ ਨਹੀਂ ਨਾ ਕਰਨ ਜਾ ਸਕਦੇ ਹੈਗੇ। ਇਸ ਤੋਂ ਇਲਾਵਾ ਤੁਸੀਂ 18 ਸਾਲ ਤੋਂ ਛੋਟੇ ਸੀਗੇ ਜਦੋਂ ਤੁਸੀਂ ਆਪਣੇ ਮਾਪਿਓ ਨਾਲ ਆਏ ਸੀਗੇ ਤੇ ਮਾਪਿਓ ਨੇ ਤੁਹਾਨੂੰ ਆਖਿਆ ਕਿ ਆਪਾਂ ਵਾਪਸ ਚੱਲੀਏ, ਤੇ ਕਿਉਂਕਿ ਤੁਸੀਂ ਬੱਚੇ ਹੋ ਇਸ ਕਰਕੇ ਤੁਸੀਂ ਆਪਣੇ ਫੈਸਲੇ ਆਪ ਨਹੀਂ ਕਰ ਸਕਦੇ। ਪਰ ਜਦੋਂ ਹੀ ਤੁਸੀਂ 18 ਸਾਲ ਤੋਂ ਵੱਡੇ ਹੋ ਗਏ ਤਾਂ ਤੁਸੀਂ ਆਪਣਾ ਖੁਦ ਦਾ ਫੈਸਲਾ ਕਰਨ ਦੀ ਕਾਬਲੀਅਤ ਰੱਖਦੇ ਹੋ। ਤਾਂ ਉਹਨਾਂ ਕੇਸਿਸ ਦੇ ਵਿੱਚੋਂ ਬਹੁਤ ਸੁਖਾਲਾ ਹੈਗਾ ਕਿ ਜਿੱਥੇ ਤੁਸੀਂ ਖੁਦ ਫੈਸਲਾ ਨਹੀਂ ਲੈ ਸਕਦੇ ਸੀ, ਕਿਸੇ ਨੇ ਤੁਹਾਡੇ ਬਿਹਾਫ ਤੇ ਫੈਸਲਾ ਲਿਆ ਤੇ ਉਹ ਬੈਸਟ ਇੰਟਰਸਟ ਦੇ ਵਿੱਚੋਂ ਨਹੀਂ ਸੀ। ਜੇ ਕੋਈ 18 ਸਾਲ ਤੋਂ ਪਹਿਲਾਂ ਬੱਚਾ ਚਲਿਆ ਗਿਆ ਸੀ, ਉਹ 18 ਸਾਲ ਦਾ ਹੋ ਕੇ ਵਾਪਸ ਆਉਂਦਾ, ਉਹਨੂੰ ਬਿਲਕੁਲ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਉਹਨੇ ਫੈਸਲਾ ਖੁਦ ਕੀਤਾ ਹੀ ਨਹੀਂ ਸੀਗਾ। ਤੇ ਇਹ ਤੋਂ ਇਲਾਵਾ ਜੇ ਕੋਈ ਹੋਰ ਵੀ ਉਹਨਾਂ ਸਰਕਮਸਟੈਂਸਸ ਦੇ ਵਿੱਚੋਂ ਸੀਗਾ ਜਿੱਥੇ ਸਥਿਤੀ ਤੁਹਾਡੇ ਵਸੋਂ ਬਾਹਰ ਸੀਗੀ, ਤਾਂ ਤੁਸੀਂ ਕਿੰਨਾ ਵੀ ਸਮਾਂ ਜੇ ਕੈਨੇਡਾ ਤੋਂ ਬਾਹਰ ਰਹੇ ਹੋ ਤਾਂ ਵੀ ਤੁਸੀਂ ਜਿਹੜਾ ਵਾਪਸ ਆ ਸਕਦੇ ਹੋ। ਤੁਹਾਨੂੰ ਦੁਬਾਰੇ ਕੋਈ ਜਿਹੜੀ ਪਰਮਨੈਂਟ ਰੈਜ਼ੀਡੈਂਸ ਦੀ ਐਪਲੀਕੇਸ਼ਨ ਨਹੀਂ ਕਰਨੀ ਪੈਣੀ ਕਿਉਂਕਿ ਤੁਸੀਂ ਖੁਦ ਪਰਮਨੈਂਟ ਰੈਜ਼ੀਡੈਂਟ ਹੈਗੇ ਹੋ। ਹੁਣ ਕੋਵਿਡ ਦੇ ਦੌਰਾਨ ਇਹ ਹੋਰ ਵੀ ਸੁਖਾਲਾ ਕਰਤਾ ਸਰਕਾਰ ਨੇ। ਪਹਿਲੋਂ ਐਪਲੀਕੇਸ਼ਨ ਹੈ ਜਿਹੜੀ ਉਹ ਵੀਜ਼ਾ ਜਿਹੜਾ ਐਪਲੀਕੇਸ਼ਨ ਸੈਂਟਰ ਹੈ ਉੱਥੇ ਕਰਨੀ ਪੈਂਦੀ ਸੀਗੀ, ਪਰ ਕਿਉਂਕਿ ਹੁਣ ਵੀਜ਼ਾ ਐਪਲੀਕੇਸ਼ਨ ਸੈਂਟਰ ਨੇ ਜਿਹੜੇ ਉਹ ਬੰਦ ਨੇ, ਇਸ ਕਰਕੇ ਹੁਣ ਆਨਲਾਈਨ ਕੀਤਾ ਗਿਆ। ਇੱਕ ਈਮੇਲ ਐਡਰੈਸ ਹੈਗਾ, ਉੱਥੇ ਤੁਸੀਂ ਸਾਰੀ ਆਪਣੀ ਅਰਜ਼ੀ ਈਮੇਲ ਕਰਨੀ ਹੈ, ਫੀਸ ਦੇਣੀ ਹੈ, ਉਹ ਤੋਂ ਬਾਅਦ ਇਹ ਫੈਸਲਾ ਵਿਦਨ ਕੈਨੇਡਾ ਹੀ ਜਿਹੜਾ ਆਫਿਸਰ ਕਰ ਦਿੰਦਾ ਹੈਗਾ। ਤੇ ਫੈਸਲਾ ਕਰਨ ਤੋਂ ਬਾਅਦ ਤੁਹਾਡੇ ਪਾਸਪੋਰਟ ਦੀ ਵੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਤੁਹਾਨੂੰ ਇੱਕ ਆਥੋਰਾਈਜ਼ੇਸ਼ਨ ਲੈਟਰ ਜਿਹੜਾ ਦੇ ਦਿੱਤਾ ਜਾਂਦਾ, ਉਹ ਲੈਟਰ ਦੇ ਨਾਲ ਹੀ ਤੁਸੀਂ ਵਾਪਸ ਹੈ ਜਿਹੜਾ ਉਹ
ਆ ਸਕਦੇ ਹੋ। ਤੋ ਜਿਹੜਾ ਕੋਈ ਪੁਰਾਣੇ ਸਮੇਂ ਦੇ ਵਿੱਚੋਂ ਵੀ ਗਿਆ ਹੈ, ਹੁਣ ਉਹਦੇ ਲਈ ਬਹੁਤ ਚੰਗਾ ਸਮਾਂ ਹੈ ਕਿ ਉਹ ਜੇ ਦੁਬਾਰੇ ਆਪਦੀ PR ਨੂੰ ਰਿਵਾਈਵ ਕਰਨਾ ਚਾਹੁੰਦੇ ਆ, ਰੀਨਿਊ ਕਰਨਾ ਚਾਹੁੰਦੇ ਆ, ਕਿਉਂਕਿ ਹੁਣ ਜਿਹੜੇ ਫੈਸਲੇ ਨੇ ਉਹ ਕੋਵਿਡ ਕਰਕੇ ਬਹੁਤ ਲੋਕਾਂ ਦੇ ਹੱਕ 'ਚ ਹੀ ਹੋ ਰਹੇ ਨੇ। ਖਾਸ ਕਰਕੇ ਕਿਉਂਕਿ ਹੁਣ ਜਿਹੜਾ ਕੋਵਿਡ ਦੇ ਦੌਰਾਨ ਬੰਦਾ ਬਾਹਰ ਰਹਿ ਗਿਆ, ਉਹਨੂੰ ਵੀ ਕੰਪੈਸ਼ਨ ਦੇ ਤੌਰ ਤੇ ਦੇਖਿਆ, ਜੇ ਉਹ ਟਰੈਵਲ ਨਹੀਂ ਕਰ ਸਕਿਆ ਤੇ ਉਹਦੇ ਦਿਨ ਥੋੜੇ ਹੋ ਗਏ। ਤਾਂ ਕੋਈ ਵੀ ਇੰਡੀਵਿਜੂਅਲ ਹੈ ਜਿਹਦਾ ਕਾਰਡ ਪਿਛਲੇ ਸਮੇਂ 'ਚ ਐਕਸਪਾਇਰ ਹੋ ਗਿਆ ਸੀ, ਕਦੇ ਵੀ ਐਕਸਪਾਇਰ ਹੋਇਆ ਸੀ, ਉਹ ਅੱਜ ਵੀ ਕੈਨੇਡਾ ਵਾਪਸ ਆ ਸਕਦਾ ਹੈ। ਬਿਲਕੁਲ ਸਰ, ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਕੈਨੇਡਾ ਤੋਂ ਬਾਹਰ ਜਿਹੜੇ ਐਕਸਪਾਇਰ ਜਿਨ੍ਹਾਂ ਦੇ ਕਾਰਡ ਹੋ ਚੁੱਕੇ ਆ ਉਹ ਅਪਲਾਈ ਕਰ ਸਕਦੇ ਆ, ਆਨਲਾਈਨ ਹੀ ਅਪਲਾਈ ਕੀਤਾ ਜਾਏਗਾ। ਤੇ ਸਰ ਜਿਨ੍ਹਾਂ ਦੇ ਇਸ ਵਕਤ ਲਗਭਗ ਐਕਸਪਾਇਰ ਹੋਣ ਦੀ ਕਗਾਰ ਤੇ ਨੇ, ਕਿੰਨਾ ਟਾਈਮ ਪਹਿਲਾਂ ਉਹਨਾਂ ਨੂੰ ਕਰਨਾ ਪੈਣਾ ਆ? ਟਾਈਮ ਕਿੰਨਾ ਲੱਗ ਰਿਹਾ ਮਤਲਬ? ਬਿਲਕੁਲ ਤਰਨ, ਸੋ ਜਿਹਦਾ ਤਾਂ ਐਕਸਪਾਇਰ ਹੋਣ ਵਾਲਾ ਹੈ ਉਹ ਕਦੇ ਵੀ ਐਕਸਪੀਰੇਸ਼ਨ ਤੋਂ ਪਹਿਲਾਂ ਟਰੈਵਲ ਕਰ ਸਕਦਾ, ਉਹਨੂੰ ਨਵੇਂ ਕਾਰਡ ਦੀ ਜ਼ਰੂਰਤ ਨਹੀਂ ਹੈਗੀ। ਪਰ ਜੇ ਉਹਨੂੰ ਲੱਗਦਾ ਹੈ ਕਿ ਮੇਰਾ ਕਾਰਡ ਐਕਸਪਾਇਰ ਹੋ ਜਾਊਗਾ ਤੇ ਮੈਂ ਉਹਦਾ ਦਿਨਾਂ ਤੋਂ ਬਾਅਦ ਆਉਣਾ ਹੈ, ਤਾਂ ਉਹਨੂੰ ਫੌਰਨ ਪੇਸ਼ਤਰ ਅਪਲਾਈ ਕਰਨਾ ਚਾਹੀਦਾ, ਕਿਉਂਕਿ ਕਰੀਬਨ 2 ਜਾਂ 3 ਹਫ਼ਤੇ ਦਾ ਸਮਾਂ ਜਿਹੜਾ ਉਹ ਲੱਗ ਰਿਹਾ ਹੈਗਾ ਜੀ। ਤੇ ਦੂਜਾ ਜਿਹੜੀ ਤੁਹਾਡੀ 에ਅਰ ਟਿਕਟ ਹੈ ਉਹ ਵੀ ਤੁਸੀਂ ਜਦੋਂ ਫੈਸਲਾ ਹੋ ਜਾਓ ਤੋਂ ਬਾਅਦ ਚ ਬੁੱਕ ਕਰਵਾ ਸਕਦੇ ਹੋ। ਬਿਲਕੁਲ ਜੀ। ਤੇ ਸਰ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਕੀ ਕਹਿਣਾ ਚਾਹੋਗੇ? ਮੇਰੀ ਇਹ ਇੱਛਾ ਹੈਗੀ ਹੈ ਜੀ ਕਿ ਸਾਰਿਆਂ ਲਈ ਨਵਾਂ ਸਾਲ ਜਿਹੜਾ ਉਹ ਖੁਸ਼ੀਆਂ ਲੈ ਕੇ ਆਵੇ ਜੀ, ਇਹ ਮੇਰੀ ਪ੍ਰੇਅਰ ਵੀ ਹੈਗੀ ਹੈ। ਤੇ ਦੂਜਾ ਜਿਹੜਾ ਇਹ ਸਮਾਂ ਹੈਗਾ, ਇਹਦੇ ਵਿੱਚੋਂ ਮੈਂ ਬਹੁਤ ਸਾਰੇ ਇਹੋ ਜਿਹੇ ਸਵਾਲ ਅੱਜ ਵੀ ਸੁਣਨ ਨੂੰ ਮਿਲੇ ਨੇ ਕਿ ਜਿੱਥੇ ਲੋਕਾਂ ਦੇ ਕੇਸ ਡਿਲੇ ਹੋ ਰਹੇ ਨੇ, ਕੁਛ ਹੱਦ ਤੱਕ ਤਾਂ ਡਿਲੇ ਹੋ ਰਹੇ ਨੇ, ਉਹ ਰੀਜ਼ਨਿੰਗ ਹੈਗੀ ਹੈ ਕਿ ਕੋਵਿਡ ਕਰਕੇ ਹੈ, ਪਰ ਜਿਨ੍ਹਾਂ ਦੇ 2-2 ਸਾਲ ਪੁਰਾਣੇ ਹੈਗੇ ਨੇ ਉਹ ਜ਼ਰੂਰ ਸਾਨੂੰ ਸੰਪਰਕ ਕਰਨ ਜੀ, ਕਿਉਂਕਿ ਉਹਨਾਂ ਦੇ ਕੇਸ ਦੇ ਵਿੱਚੋਂ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਹੈਗਾ। ਬਿਲਕੁਲ ਜੀ। ਤੇ ਇਸ ਦੇ ਨਾਲ ਹੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਟੂਡੀਓ ਵਿੱਚ ਆਉਣ ਲਈ। ਸੋ ਦਰਸ਼ਕਾਂ ਨੂੰ ਵੀ ਇਹੀ ਕਹਿਣਾ ਚਾਹਾਂਗੇ ਕਿ ਜੇਕਰ ਤੁਸੀਂ ਮਿਸਟਰ ਖਹਿਰਾ ਨਾਲ ਅਪਾਇੰਟਮੈਂਟ ਬੁੱਕ ਕਰਵਾਉਣਾ ਚਾਹੁੰਦੇ ਹੋ, ਆਈ ਥਿੰਕ 24 ਦਸੰਬਰ ਤੋਂ 4 ਜਨਵਰੀ ਤੱਕ ਤੁਹਾਡੇ ਛੁੱਟੀਆਂ ਨੇ, ਉਸ ਤੋਂ ਅੱਗੇ ਜਾਂ ਪਿੱਛੇ ਤੁਸੀਂ ਬੁੱਕ ਕਰਵਾ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ।